लल्ला ऐसे लेव मन लावे, अनत ना जाए परम सच पावे। आर जो तहाँ प्रेम लिव लावे, तो अल्लाह लह लह चरण समावे। ववा बार बार बिशन समार, बिशन समार ना आवे हार। बाल बाल जी बिशन तना जस गावे, विष्णु मिले सब ही सच पावे। वावा वाही जानिए, वाह जाने एह होए, एह आर ओ जब मिले, तब मिलत न जाने कोई। वावा वाही जानिए, वाह जाने एह होए, एह और ओह जब मिले, तब मिलत ना जाने को। ससा सो नीका कर सुधो, घट परचा की बात निरुद्धो। घट परचै जो उपजै पाओ, पूर रहया तहाँ त्रिभुवन राओ। वाहिगुरु जी का खालसा, वाहिगुरु जी की फतेह। परम सत्कारयोग धन धन गुरु ग्रंथ साहिब सच्चे पातशाह महाराज सतगुरां दे सजे हुए पावन दरबार दीयां हाजरियां भर रहे गुरु सवारे सतसंगी जनों, अकाल पुरख वाहिगुरु जी ने अपार बख्शिश कृपा की है। सतगुरां दी अमृतमयी पावन बाणी का कीर्तन गुरु दर दे सत्कार योग कीर्तनी जथे पासों आप सरबत संगत ने बड़े सत्कार सहित श्रवण किया है। गुरु महाराज धन गुरु ग्रंथ साहब सच्चे पातशाह महाराज की पावन बाणी विचों सतगुरां दी अपार बख्शिश और उद्यम बल का सदका आपां सारे ही रल मिल के भगत कबीर साहब जी की उचारण की हुई 52 अखरी इस पावन बाणी की विचार नाल सांझ बनाउण दा यतन करते हैं। इस पावन बाणी दे विचों आप जी ने 36, 37 और 38 नंबर बंद का पाठ श्रवण किया है। कबीर साहब जी बख्शिश करदियां होया कहंदे ने, लल्ला ऐसे लेव मन लावे। जदों इस ढंग नाल, जदों इस तरीके नाल, क्योंकि इस तो पहले बंद विच जिक्र किया है कबीर साहब जी ने, हर एक बंद की पहले बंद नाल कड़ी जुड़ जाती है और एक लमेरी व्याख्या अगे तो अगे चल रही है। रारा रस निराश कर जानिया, होए निराश सो रस पहचानिया। यह रस छाडे ओ रस आवा, ओह रस पिया ए रस नहीं पावा।
ਜਦੋਂ ਵਿਸ਼ੇ ਵਿਕਾਰਾਂ ਨੂੰ, ਐਸ਼ ਪ੍ਰਸਤੀਆਂ ਨੂੰ, ਝੂਠ ਦੇ ਇਸ ਰਸ ਨੂੰ ਬੰਦਾ ਫਿੱਕਾ ਕਰਕੇ ਜਾਣ ਲਵੇ, ਇਸ ਨੂੰ ਛੱਡ ਦੇਵੇ, ਫਿਰ ਅਕਾਲ ਪੁਰਖ ਦੇ ਗੁਣਾਂ ਦਾ ਰਸ, ਉਹਦੇ ਨਾਮ ਦਾ ਰਸ ਮਨੁੱਖ ਦੇ ਜੀਵਨ ਵਿੱਚ ਵਸ ਜਾਂਦਾ ਹੈ। ਜਦੋਂ ਉਸ ਦਾ ਸਵਾਦ ਮਾਣ ਲਵੇ, ਫਿਰ ਮਨੁੱਖ ਦਾ ਮਨ ਹੋਰ ਚਸਕਿਆਂ ਦੇ ਵਿੱਚ ਖਚਿਤ ਨਹੀਂ ਹੁੰਦਾ, ਬੁਰੇ ਪਾਸੇ ਵੱਲ ਨਹੀਂ ਤੁਰਦਾ। ਭਾਵ ਇੱਕ ਹੋਛੇ ਰਸ ਦੀ ਗੱਲ ਕੀਤੀ ਹੈ, ਇੱਕ ਸੱਚੇ ਰਸ ਦੀ ਗੱਲ ਕੀਤੀ ਹੈ, ਜਿਹੜਾ ਮਨੁੱਖ ਦੇ ਜੀਵਨ ਨੂੰ ਸਚਿਆਰਾ, ਧਰਮੀ ਬਣਾਉਂਦਾ ਹੈ। ਔਰ ਮਨ ਨੂੰ ਭਟਕਾ ਦੇਣ ਵਾਲਾ, ਵਿਕਾਰਾਂ ਵਿੱਚ ਗਲਤਾਨ ਕਰਕੇ ਕਿਰਦਾਰ ਦਾ ਨਾਸ਼ ਕਰਨ ਵਾਲਾ ਹੋਛਾ ਰਸ, ਉਹ ਛੱਡਿਆ ਜਾਂਦਾ ਹੈ। ਹੁਣ ਇਸ ਬਚਨ ਤੋਂ ਬਾਅਦ ਕਬੀਰ ਸਾਹਿਬ ਕਹਿੰਦੇ ਨੇ, ਲੱਲਾ ਐਸੇ ਲਿਵ ਮਨ ਲਾਵੈ। ਜਦੋਂ ਇਸ ਤਰ੍ਹਾਂ ਮਨੁੱਖ ਦੀ ਲਿਵ, ਮਨ ਦੀ ਲਿਵ ਉਸ ਕਰਤੇ ਪੁਰਖ ਨਾਲ ਜੁੜ ਜਾਂਦੀ ਹੈ। ਲਿਵ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਬਹੁਤ ਵਾਰ ਵਰਤਿਆ ਗਿਆ ਹੈ। ਭਗਤ ਸਾਹਿਬਾਨਾਂ ਦੀ ਬਾਣੀ ਵਿੱਚ ਵੀ ਆਇਆ ਹੈ, ਗੁਰੂ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਵਿੱਚ ਵੀ ਇਸ ਦੀ ਬਹੁਤ ਵਾਰ ਵਰਤੋਂ ਕੀਤੀ ਗਈ ਹੈ। ਲਿਵ ਦਾ ਅਰਥ ਹੈ ਚਿੱਤ ਦੀ, ਬ੍ਰਿਤੀ ਦੀ ਇਕਾਗਰਤਾ ਬਣ ਜਾਣੀ, ਜਿਸ ਨੂੰ ਧਿਆਨ, ਇਕਾਗਰਤਾ, ਸੋਝੀ, ਕਈ ਸ਼ਬਦਾਂ ਦੇ ਨਾਲ, ਕਈ ਅਰਥਾਂ ਦੇ ਨਾਲ, ਕੋਸ਼ਾਂ ਦੇ ਵਿੱਚ ਇਸ ਦੇ ਅਰਥ ਕੀਤੇ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਇਸ ਲਿਵ ਸ਼ਬਦ ਦੀ ਵਰਤੋਂ ਕਰਦੇ ਹਨ, ਤਾਂ ਕੁਝ ਇਸ ਤਰ੍ਹਾਂ ਆਪਣੀ ਆਨੰਦ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਜੀ ਇਸ ਨੂੰ ਵਿਆਖਿਆ ਦਿੰਦਿਆਂ ਹੋਇਆਂ ਕਹਿੰਦੇ ਨੇ, ਸਾਚੀ ਲਿਵੈ ਬਿਨ ਦੇਹ ਨਿਮਾਣੀ। ਦੇਹ ਦਾ ਅਰਥ ਹੈ ਇਹ ਸਰੀਰ, ਇਹ ਜੀਵਨ। ਨਿਮਾਣੀ ਦਾ ਅਰਥ ਹੁੰਦਾ ਹੈ ਨਿਆਸਰਾ, ਜਿਸ ਦਾ ਕੋਈ ਮਾਣ ਨਾ ਹੋਵੇ, ਜਿਸ ਦੇ ਕੋਲ ਕੋਈ ਮਾਣ ਕਰਨ ਗੋਚਰੀ ਚੀਜ਼ ਨਾ ਹੋਵੇ, ਜਿਸ ਦਾ ਕੋਈ ਐਸਾ ਆਸਰਾ ਨਾ ਹੋਵੇ, ਜਿਸ ਦੇ ਬਲ ਬੂਤੇ ਉੱਤੇ ਜੀਵਨ ਜੀਵਿਆ ਜਾ ਸਕੇ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਦੀ ਸੱਚੀ ਲਗਨ ਤੋਂ ਬਿਨਾਂ, ਇੱਥੇ ਲਿਵ ਦਾ ਅਰਥ ਹੈ ਲਗਨ, ਰੱਬੀ ਲਗਨ ਤੋਂ ਬਿਨਾਂ ਇਹ ਸਰੀਰ ਨਿਆਸਰਾ ਹੈ, ਇਸ ਦਾ ਕੋਈ ਆਸਰਾ ਨਹੀਂ ਬਣਦਾ। ਵਿਕਾਰ ਮਨੁੱਖ ਸਰੀਰ ਨਾਲ ਭੋਗ ਲੈਂਦਾ ਹੈ, ਪਰ ਸਮਾਂ ਆਉਣ ਤੇ ਉਹ ਵਿਕਾਰ ਇਸ ਦਾ, ਸਰੀਰ ਦਾ, ਜੀਵਨ ਦਾ ਸਾਥ ਛੱਡ ਜਾਂਦੇ ਹਨ, ਜਿਸ ਨੂੰ ਬਾਣੀ ਵਿੱਚ ਪਾਤਸ਼ਾਹਾਂ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨਾ। ਕ੍ਰੋਧ ਨੂੰ ਮਨੁੱਖ ਨੇ ਮਾਣਿਆ, ਪਰ ਜਦੋਂ ਸਾਰਾ ਨੁਕਸਾਨ ਹੋ ਗਿਆ, ਉਹਦੀ ਭਰਪਾਈ ਤੇ ਉਹਦੀ ਸਜ਼ਾ ਜਿਹੜੀ ਸੀ ਉਹ ਕਿਹਨੂੰ ਮਿਲੀ? ਇਸ ਜੀਵ ਨੂੰ। ਕ੍ਰੋਧ ਨੂੰ ਕਦੇ ਕੈਦ ਨਹੀਂ ਹੋਈ, ਨਾ ਕ੍ਰੋਧ ਫਾਇ ਟੰਗਿਆ ਗਿਆ। ਕਾਮਵਸ ਆਪਣਾ ਚਸਕਾ ਪੂਰਾ ਕਰਨ ਲਈ ਮਨੁੱਖ ਨੇ ਆਪਣਾ ਕਿਰਦਾਰ ਨੀਵਾਂ ਕਰ ਲਿਆ, ਪਰ ਜਿੰਨੀ ਬੇਇੱਜ਼ਤੀ ਸਹਿਣੀ ਪਈ, ਜੋ ਨੁਕਸਾਨ ਹੋਇਆ, ਜੋ ਸਜ਼ਾ ਮਿਲੀ, ਉਹ ਕਿਹਨੂੰ ਮਿਲੀ? ਕਾਮ ਨੂੰ ਨਹੀਂ ਮਿਲੀ, ਕਾਮ ਭੋਗਣ ਵਾਲੇ ਨੂੰ ਮਿਲੀ। ਈਰਖਾਵਸ ਮਨੁੱਖ ਨਫ਼ਰਤ, ਭੇਦ ਭਾਵ ਤੇ ਇਹ ਸਾਰਾ ਕੁਝ ਆਪਣੇ ਮਨ 'ਚ ਵਸਾ ਕੇ ਸੜਦਾ, ਭੁੱਜਦਾ, ਦੁਖੀ ਹੁੰਦਾ ਰਿਹਾ। ਈਰਖਾ ਨੂੰ ਕੋਈ ਕਸ਼ਟ ਨਹੀਂ ਪਹੁੰਚਿਆ ਇਸ ਨੂੰ ਜਿਸ ਨੇ ਇਹਨੂੰ ਹੰਢਾਇਆ ਹੈ। ਭਾਵ ਆਪਣਾ ਕੰਮ ਹੋ ਜਾਣ ਤੋਂ ਬਾਅਦ ਇਹ ਵਿਕਾਰ ਇਵੇਂ ਜੀਵਨ ਦਾ ਸਾਥ ਛੱਡ ਜਾਂਦੇ ਨੇ, ਫਿਰ ਸਾਰੇ ਹੀ ਦੁੱਖ ਜਿਹੜੇ ਨੇ ਉਹ ਇਸ ਜੀਵਨ ਨੂੰ ਭੋਗਣੇ ਪੈਂਦੇ ਨੇ, ਇਹਨਾਂ ਨੂੰ ਨਹੀਂ ਭੋਗਣੇ ਪੈਂਦੇ। ਇਸ ਵਾਸਤੇ ਗੁਰੂ ਪਾਤਸ਼ਾਹ ਨੇ ਕਿਹਾ ਵੀ ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਜ ਜਨ। ਇਹ ਤੇ ਪੰਜੇ ਹੀ ਚਲੇ ਗਏ। ਇਹਨਾਂ ਦਾ ਜਿੰਨਾ ਜਿੰਨਾ ਮਨੁੱਖ ਨੇ ਚਸਕਾ ਮਾਣਿਆ, ਹੁਣ ਉਹ ਚਸਕਾ ਮਾਨਣ ਤੋਂ ਬਾਅਦ ਦੁੱਖ ਕਿਹਨੂੰ ਹੈ, ਤਕਲੀਫ ਕਿਹਨੂੰ ਹੈ? ਸਾਨੂੰ ਹੈ, ਇਹਨਾਂ ਨੂੰ ਨਹੀਂ ਹੈ। ਜੋ ਸਜ਼ਾ ਮਿਲੇਗੀ, ਜਿਸ ਸਜ਼ਾ ਦੇ ਭਾਗੀਦਾਰ ਅਸੀਂ ਬਣਾਂਗੇ, ਉਹ ਅਸੀਂ ਬਣਾਂਗੇ, ਇਹ ਨਹੀਂ ਬਣਨਗੇ। ਇਸ ਵਾਸਤੇ ਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਇਹ ਦੇਹ ਜਿਹੜੀ ਹੈ, ਇਹ ਸਰੀਰ ਜਿਹੜਾ ਹੈ, ਨਿਆਸਰਾ ਹੈ, ਜਿੰਨਾ ਚਿਰ ਉਸ ਕਰਤੇ ਦੀ ਲੇਵ ਅੰਦਰ ਨਾ ਹੋਵੇ। ਹੁਣ ਅਸੀਂ ਦੂਸਰਾ ਪੱਖ ਵੀ ਥੋੜਾ ਜਿਹਾ ਵਿਚਾਰ ਲਈਏ ਤਾਂ ਕਿ ਗੱਲ ਹੋਰ ਥੋੜੀ ਜਿਹੀ ਸਪਸ਼ਟ ਹੋ ਜਾਵੇ। ਜੇ ਮਨੁੱਖ ਨੇ ਆਪਣੇ ਜੀਵਨ ਵਿੱਚ ਸਬਰ ਕਮਾਇਆ ਹੋਵੇ, ਇੱਕ ਬੰਦਾ ਲੋਭ ਕਮਾਉਂਦਾ ਹੈ, ਲੋਭ ਵਾਸੋਂ ਬਹੁਤ ਕੁਝ ਇਕੱਠਾ ਕਰਦਾ ਹੈ,
क्योंकि सारी उम्र चस्के विच पिया रहिंदा है। मेरे कोल बहुत होवे इस धारणा दे उत्ते ही काम करदा है। भावें बेईमानी करके इकट्ठा करो, चोरी करो, जो कुछ भी करो, जुल्म करो, वो इकट्ठा कर लेंदा है। पर वो सारा भी उन्होंने संतुष्टि नहीं दे सकता, क्योंकि जिहड़े पाप कमाए ने उसनों पापां बाझों होवे ना ही मोया साथ ना जाई। वो जिहड़ा पापां तो बिना इकट्ठा नहीं सी हो सकदा ते मरिया नाल नहीं सी जाना, वो कच्चे धन नूं इकट्ठियां करदियां करदियां बेईमानी दे नाल अपनी जिंदगी दा समा जिहड़ा सी वो इसे तरह ही लंघा लिया। तो समा तो बीत ही जाना सी, पर सारी जिंदगी पाप गुनाह बेईमानियां उलझना ये कुछ इकट्ठा किया। उन्होंने लगता मैं धन इकट्ठा किया, पर धन दे नाल नाल आ भी कुछ इकट्ठा किया। जिन्नी वार बेईमानी की वो बेईमानी, जिन्नी वार झूठ बोलिया वो झूठ, जिन्नी वार किसी नाल धोखा किया वो धोखेबाजियां, वो भी नाल इकट्ठा हुंदा गया। मन के अंदर ये सारिया चीज़ां इकट्ठियां होंदियां गईयां। तो ये इकट्ठियां हुई चीज़ां ने जीवन दे विच होर प्रॉब्लम होर दुख जिहड़ा सी वो पैदा किया। बंदा तुर गया चिंता करदा, हाय इन्ना कुछ इकट्ठा कीता है, जीण दा मौका ही नहीं बनिया, मगरले उसनूं खराब करदे ने। इस तरह करके ये है लोभ। हुण लोभ ने साथ नहीं दिता मनुख दे जीवन का, जीवन नूं आसरा फिर भी रोंदा ही जा रहा है। इन्ना कुछ लुट खसुट करन तो बाद भी अंदर दी तृष्णा ते शांति जिहड़ी अगन है वो नहीं बुझी अशांति दी। इस करके हुण फिर भी अजे भुखा ही ते रोंदा ही जा रहा है। सरफै सरफै सदा सदा इवें गई विहाई, नानक किसनूं आखिए बिन पुछिया ही ले जाए। तो गुरु महाराज सच्चे पातशाह कहते ने उन्हें साथ हुण जे इहदी जगह ते सबर कमाया हुंदा भी जो मेरी धर्म दी किरत दा है, जो मेरा हक है, मैं उहदे विच खुश रवां ते राजी रवां, तो मलाल कोई ना। बंदा भावें जिन्ना भी अपनी धर्म किरत विचों कमाउंदा है उसनूं छक के, उसनूं हंडा के, उसनूं माण के शुक्र करदा है। ये रजे हुए बंदे दे निशानी है। उधर बहुत कुछ है फिर भी भुख है, इधर थोड़ा है अपनी किरत दा है फिर भी रजेवा है, तृप्ति है, बंदा सैटिस्फाई है इस गल तो कि जो है शुक्र है तेरे, जिथे रखें वैकुंठ तिथाई। उन्हों जीवन की कला आ गई, उसनों जीवन जीवन की कला नहीं आई। इसनों जीवन जीवन की जुगत समझ विच आ गई। सबर वाले मनुख नूं घाड़ खाए किश हथों दे नानक राह पछाणिया से, इन्हें जीवन जुगत समझ ली, जीवन का राह समझ लिया। उन्होंने ये गल सारी जिंदगी समझ नहीं आई। उन्होंने सोचा इकट्ठा करना ही जीवन का मकसद है, तो भुल ही गया भी जीवन ही ना रहा तो फिर जिंदगी तो चली गई, समा तो चलिया गया। तो इस तरह की बीमारी तो पहला बड़े लोग पीड़ित होए ते इकट्ठा करते तुर गए। ना जीवन नूं जी सके, ना जीवन का मकसद समझ सके, ना जीवन की जुगत समझ सके। बस इसे पागलपन की धुन विच ही उन्होंने अपना जीवन इसे तरह ही भटकदियां होया दुखी होया गुजार दिता। तो गुरु महाराज सच्चे पातशाह इसे करके हुण ये जिहड़ा सबर का गुण है इन्हें जीवन नूं आसरा दिता है, इन्हें जीवन की कला सिखाई। सबर ते संतोख कमाया, इन्हें थोड़े विच भी राजी रहना, मन नूं सुखी रखना, शुक्र करना, खुश रहना, इन्हें ये गुण दिते ने। इन्हें जीवन नूं ये फल दिता है। लोभ ने की दिता है? तुसीं दोवां दी तुलना करके वेखो। जीवन दे विच हंकार होवे, मनुख दे अंदर हंकार होवे, तो हंकार दे वस पिया होया बंदा की करदा है? हर वेले अपनी हौमे नूं चमकाउण लई दौड़ भज करदा है, कोशिशां करदा है, ठिबियां लाउंदा है, उलझना खड़ियां करदा है, घुंतरां कढदा, कोई कुछ करदा है। जे वो हौमे दे वस बंदा दूसरे बंदे नूं बंदा नहीं समझदा, उहदे हक हकूक मारदा है, उहदे अधिकारां विच दखलअंदाजी करदा है, दूसरे मनुख दे हितां दे विच दखलअंदाजी करके मुसीबतां झगड़े कलेश खड़े करदा है। इहदी बजाय निमरतावान मनुख की करदा है? अपनी चीज़ ते माण करदा है ते दूसरे दा सत्कार करदा है। किन्ने कलेशां तो बच गया ਉਹਦੀ निमरता ने तो उन्होंने जीवन दे विच बहुत कुछ दिता है, जीवन जीउण वास्ते। हौमे ने की दिता है? और वैसे भी कोई मनुख अपने नाम की धुन विच ही मगन रहे 24 घंटे, हर वेले उन्होंने इको भी मैं ही रवां ते बस मैं ही रवां। इहो जे पागल बड़े दुनिया च आए तो बड़े दुनिया चों तुर गए। कौन किनूं याद करदा है? क्यों करे लोग? कोई क्यों करे उन्होंने याद?
कि संसार इन्ना वेला भी उन्हां दा नाम जपदा रहे मगरों भी वो बड़े वड्डे सन, बड़े धनी सन, बड़े राजे सन, बड़े बादशाह, बड़े आए तो बड़े गए। किदा किदा कोई नाम याद रखेगा, किनू किनू चेते रखेगा। सतगुरु गुरु ग्रंथ साहब सच्चे पातशाह महाराज यही दसदे ने भी एक है गुण, एक है रब्बी सुभाव जिसने सानू जीवन जीउण दी जुगत सिखाउणी है, एक है विकार जिसने साडे जीवन दा सुख चैन खो लेना है और साडा जीवन कदों लंघ गया इन्हां दुखां दे विच पता ही नहीं चलना। ये हमारा जीवना तू साहिब सच्चे वेख, ये है साडी जीवन कला। चिंत खटोला वाण दुख बिरह विछावण लेफ, ये हमारा जीवना तू साहिब सच्चे वेख। हुण धन गुरु ग्रंथ साहब महाराज इसे करके कहंदे ने कि साची लिवै बिन देह निमाणी, शरीर उस सच्ची लगन तो बिना निमाणा है, ਇਹਦਾ कोई आसरा नहीं बनता, ਉਹੀ ਇਹਦਾ आसरा ਬਣਦੀ है। उस लगन नाल जुड़े हुए मनुख दुख ਨੂੰ ਹੰਡਾਉਂਦਿਆਂ ਵਿੱਚ ਵੀ, ਹੰਡਾਉਂਦਿਆਂ ਹੋਇਆਂ ਵੀ ਉਸ ਵਿੱਚ ਸੁਖ ਮਾਣਦੇ ਹਨ। ਉਹ ਭੁੱਖੇ ਹੁੰਦਿਆਂ ਹੋਇਆਂ ਵੀ ਸ਼ੁਕਰ ਕਰਦੇ ਹਨ, ਉਹਨਾਂ ਕੋਲ ਇੱਕ ਆਸਰਾ ਹੈ। ਪਰ ਇਧਰ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਬੰਦਾ ਭੁੱਖਾ ਹੈ, ਦੁਖੀ ਹੈ, ਪਰੇਸ਼ਾਨ ਹੈ, ਸਹੂਲਤਾਂ ਬਹੁਤ ਨੇ, ਸੁਖ नहीं है। निमाणा ने आसरा ही हो गया ना, मनुख भी आसरा कोई नहीं जीवन का। गुरु महाराज कहते साची लिवै बिन दे निमाणी, दे निमाणी लिवै बाजों क्या करे विचारिया। ये विचारी जिंदगी जड़ी है, ये देह जड़ी है, जीवन जड़ा है, की कर सकता है उहदे तो बिना, इहदे कोल कोई चारा नहीं बाकी बचदा। तो इस तरह कुछ सतगुरु जी शब्द गुरु अमरदास महाराज लिव बाबत इस तरह वरतते हैं। एक होर पक्ष, एक जगह ते पातशाह कहते हैं लिव धात दोए राह है। लिव का अर्थ है भी रब की लगन, ते धात का अर्थ है मायक पदार्थां की लगन, क्योंकि लगन ही है जिस पासे वाल मनुख की लग जाए। गुरु ग्रंथ साहब की बाणी विच इस गल का प्रगटावा करने एक उदाहरण जिहड़ी है ना मृग की दिती। जदों शिकारी ने उस मिर्ग नूं फड़ना है ना, तां कंडेड़े दा नाद एक खास किस्म की आवाज़ कढ़दा है उस साज विचों। उहनूं सुन के मगन हो जाता है, मस्त हो जाता है, अपनी सुध बुध भुला दिंदा है भी मैं कित्थे खड़ा हाँ, ये साज मैनूं कौन सुना रहा है। बस इस गल तो उपर उठ जाता, उन्होंने उस नाद की उस आवाज़ की मस्ती इन्नी चढ़ती है कि उन्होंने अपना आप भुल ही जाता है भी मैं कित्थे खड़ा ते किधर नूं जा रहा, उस नाद विच इन्ना मस्त हो जाता है। इस उदाहरण का एक पक्ष इत्थे गुरु पातशाह ने यह वरतिया है, कहते हैं भी इस तरह जिहड़े अकाल पुरख दे इहनूं बाणी दे विच क्या नाद भ्रमे जैसे मिरगाए प्राण तजे वाको ध्यान न जाए। भी नाद जिहड़ा है ਉਹਦੇ ਵਿੱਚ जिस ढंग दे नाल ਉਹ ਮ੍ਰਿਗ ਭਰਮ ਜਾਂਦਾ, ਭਾਵ ਉਹਦੇ ਚ ਰੁੱਝ ਜਾਂਦਾ ਹੈ, ਉਹਦੇ ਵਿੱਚ ਪੂਰੀ ਤਰ੍ਹਾਂ ਮਗਨ ਹੋ ਜਾਂਦਾ ਹੈ ਅੰਦਰੋਂ। ਪ੍ਰਾਣ ਤਜੇ, ਪ੍ਰਾਣ ਚਲੇ ਜਾਂਦੇ ਨੇ, ਸ਼ਿਕਾਰੀ ਉਹਨੂੰ ਫੜ ਕੇ ਕਾਬੂ ਕਰ ਲੈਂਦਾ, ਮਾਰ ਵੀ ਦਿੰਦਾ ਹੈ, ਪਰ ਵਾਕੋ ਧਿਆਨ ਨਾ ਜਾਏ, ਉਹਦੀ ਲਗਨ ਨਹੀਂ ਟੁੱਟਦੀ ਉਸ ਸੰਗੀਤ ਨਾਲ। ਉਸ ਨਾਦ ਤੇ ਆਵਾਜ਼ ਵਿੱਚ ਉਹਦੀ ਲਗਨ ਬਾਦ ਦਸਤੂਰ ਉਸੇ ਤਰ੍ਹਾਂ ਲੱਗੀ ਰਹਿੰਦੀ ਹੈ। ऐसे नामा ऐसे हीरों राम छोड़ चित अंत न फिरों। नामदेव साहब कहते ने मैं भी उस करते पुरख नाल ਉਹਦੇ ਗੁਣਾ ਨਾਲ ਉਹਦੇ ਨਾਮ ਹੁਕਮ ਨਾਲ ਇਹੋ ਜੀ ਕੁਝ ਲਗਨ ਲਾ ਲਈ ਹੈ ਵੀ ਮੈਂ ਉਸ ਨੂੰ ਹੁਣ ਹਰ ਥਾਂ ਹੀ ਵੇਖਾਂ, ਜਿੱਥੇ ਵੀ ਮੈਂ ਵੇਖਾਂ ਉਹਦੀ ਹੋਂਦ ਨਜ਼ਰ ਹੀ ਪੈਂਦੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। सूत एक मन शत सहंस जैसे ओत पोत प्रभ सोई। कहते ने ऐसे नामा ऐसे हीरो नाम छोड़ चित अंत ना फेरों। ये उदाहरण उन्होंने साडे सामने रखी। लगन दी गल है, लिव दी गल है। असी जदों ऐसे पुरखां दा जीवन पढ़दे हां, भावें असी महान भगतां दी बाणी दे वचन पढ़ीए, कबीर साहब दा जिक्र पढ़ीए, नामदेव साहब जी दा पढ़ीए, भगत रविदास जी दा, जिन्ने भी महापुरखों का गुरु ग्रंथ साहब जी की बाणी च जिक्र है, जां फिर असी उन्हां अपने महान शहीदां परोपकारियां दा जीवन पढ़ीए। वेखो असी अपने जीवन में सानू पता लगे भी आह काम करदे हां, थोड़ी जी तकलीफ होएगी, असी वो काम ही छड़ दिंदे हां, नहीं करना। हालांकि साडे फायदे दा हुंदा है, उहदे विचों सानू कुछ स्वार्थ साडा पूरा होना है, फायदा होना है, असी तां भी आखांगे नहीं नहीं ये औखा काम है, असी नहीं कर सकते। पर ऐसा काम जिस विचों कोई पदार्थक लाभ ना होवे,
ਪਰ ਫਿਰ ਵੀ ਤਕਲੀਫ ਸਹਿ ਕੇ ਉਹ ਕੀਤਾ ਜਾਏ, ਉਹ ਕੰਮ ਹੋਵੇ ਭਲੇ ਦਾ, ਉਸ ਵਾਸਤੇ ਤੇ ਹੋਰ ਵੀ ਬਹੁਤ ਵੱਡਾ ਜਿਗਰਾ ਚਾਹੀਦਾ। ਕਿੱਥੇ ਬੰਦਾ ਆਪਣੇ ਸਵਾਰਥ ਲਈ ਵੀ, ਆਪਣੇ ਫਾਇਦੇ ਲਈ ਵੀ ਨੁਕਸਾਨ ਝੱਲ ਕੇ, ਕਠਿਨਾਈ ਸਹਿ ਕੇ, ਦੁੱਖ ਤਕਲੀਫ ਸਹਿ ਕੇ ਕੰਮ ਨਹੀਂ ਕਰਦਾ, ਕਿੱਥੇ ਦੂਸਰੇ ਦੇ ਭਲੇ ਲਈ ਵੀ ਤਕਲੀਫ ਸਹਿ ਲੈਂਦਾ, ਔਰ ਤਕਲੀਫ ਵੀ ਇੰਨੀ ਵੀ ਮੌਤ ਦੇ ਪੜਾਅ ਤੱਕ ਚਲਿਆ ਜਾਂਦਾ। ਇਹ ਕੰਮ ਸਧਾਰਨ ਮਨੁੱਖ ਨਹੀਂ ਕਰਦੇ। ਇਹ ਉਦੋਂ ਹੀ ਹੁੰਦੇ ਨੇ ਜਦੋਂ ਤੁਹਾਡੀ ਲਿਵ ਵਿੱਚ ਕੋਈ ਖਾਸ ਗੱਲ ਹੈ, ਜਦੋਂ ਸਾਡੀ ਲਗਨ ਕਿਸੇ ਖਾਸ ਮਕਸਦ ਉੱਤੇ ਟਿਕੀ ਹੋਈ ਹੈ, ਜਦੋਂ ਸਾਡੇ ਧਿਆਨ ਵਿੱਚ ਉਸ ਰੱਬ ਦੇ ਗੁਣ ਸਮਾਏ ਹੋਏ ਨੇ ਤੇ ਅਸੀਂ ਰੱਬ ਦੀ ਹੋਂਦ ਨੂੰ, ਗੁਰੂ ਦੀ ਹੋਂਦ ਨੂੰ ਪੂਰਨ ਤੌਰ ਉੱਤੇ ਆਪਣੇ ਅੰਦਰ ਜਜ਼ਬ ਕਰਕੇ ਉਹਨੂੰ ਜੀਣਾ ਸ਼ੁਰੂ ਕਰ ਦਿੱਤਾ ਹੈ। ਇਹ ਸਧਾਰਨ ਪੱਧਰ ਉੱਤੇ ਐਸੀਆਂ ਘਟਨਾਵਾਂ ਨਹੀਂ ਵਾਪਰਦੀਆਂ। ਦੁਨੀਆ ਵਿੱਚ ਬੜੇ ਲੋਕ ਆਏ, ਬੜੇ ਚਲੇ ਗਏ। ਕਿੰਨੇ ਕੁ ਲੋਕ ਨੇ ਜਿਨ੍ਹਾਂ ਨੂੰ ਤਤੀਆਂ ਤਵੀਆਂ ਤੇ ਬੈਠ ਕੇ ਆਪਣੇ ਸਿਦਕ ਦੀ ਪ੍ਰੀਖਿਆ ਦੇਣੀ ਪਈ ਹੈ। ਬੜੀ ਦੁਨੀਆ ਆਉਂਦੀ ਹੈ ਤੇ ਚਲੀ ਜਾਂਦੀ ਹੈ। ਆਉਣ ਜਾਣ ਦਾ ਇਸੇ ਤਰ੍ਹਾਂ ਹੀ ਇਹ ਸੰਸਾਰ ਦਾ ਰਚਨਾ ਦਾ ਖੇਡ ਚੱਲ ਰਿਹਾ ਹੈ। ਕਿੰਨੇ ਲੋਕਾਂ ਨੂੰ ਆਪਣੇ ਸਰੀਰ ਰੂਹ 'ਚ ਲਪੇਟ ਕੇ ਸੜਵਾਉਣ ਦਾ ਮੌਕਾ ਬਣਦਾ ਹੈ। ਕਿੰਨੇ ਲੋਕ ਆਰਿਆਂ ਦੀ ਛਾਂ ਵਿੱਚ ਬਹਿ ਕੇ ਆਪਣੇ ਸਿਦਕ ਪਾਲਦੇ ਹਨ। 740 ਸਿੱਖ ਪਕੜੇ ਗਏ। ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰਦਾਸ ਨੰਗਲ ਦੀ ਗੜੀ ਚੋਂ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ, ਥੋੜੇ ਜਿਹੇ ਸਿੱਖ ਸਨ। ਕਿਸੇ ਨੇ 40 ਗਿਣਤੀ ਲਿਖੀ ਹੈ, ਕਿਸੇ ਨੇ ਥੋੜੀ ਜਿਹੀ ਵੱਧ ਲਿਖੀ ਹੈ। ਹੁਣ ਹੈਰਾਨੀ ਦੀ ਗੱਲ ਵੀ ਬਾਕੀ ਸੈਂਕੜੇ ਸਿੱਖ ਕਿੱਥੋਂ ਫੜੇ ਗਏ। ਜਦੋਂ ਹਕੂਮਤ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਵੇਖਿਆ ਮੁੱਠੀ ਭਰ ਸਿੱਖ ਨੇ, ਥੋੜੇ ਜਿਹੇ ਨੇ। ਕਈ ਮਹੀਨਿਆਂ ਦੀ ਭੁੱਖ ਕੱਟਦੇ ਹੋਏ, ਲੜਦੇ ਹੋਏ, ਨਿਢਾਲ ਹੋਏ, ਆਖਿਰ ਗ੍ਰਿਫਤਾਰ ਕਰ ਲਏ ਗਏ। ਤੇ ਇਹ ਜਦੋਂ ਗ੍ਰਿਫਤਾਰੀ ਹੋਈ ਤੇ ਵੇਖਿਆ ਨਮੋਸ਼ੀ ਵੀ ਹੋਈ ਵੀ ਇੰਨੇ ਕੁ ਬੰਦੇ ਜਿਨ੍ਹਾਂ ਮਗਰ ਸਾਡੀ ਏਡੀ ਵੱਡੀ ਫੌਜ ਹੱਥ ਧੋ ਕੇ ਪਈ ਰਹੀ। ਔਰ ਹੈਰਾਨੀ ਦੀ ਗੱਲ ਸੀ, 3 ਬਾਦਸ਼ਾਹ, ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ, ਜਹਾਂਦਾਰ ਸ਼ਾਹ ਤੇ ਤੀਸਰਾ ਫਾਰੂਕ ਸ਼ੀਰ। 3 ਬਾਦਸ਼ਾਹ, ਯਾਨੀ ਕਿਉਂ ਕਹਿ ਲੋ 3 ਸਮੇਂ ਦੀਆਂ ਸਰਕਾਰਾਂ ਜਿਹੜੀਆਂ ਸਾਨੂੰ ਇਸ ਬਾਗੀ ਨੂੰ ਫੜਨ ਵਾਸਤੇ ਆਪਣੀ ਸਾਰੀ ਤਾਕਤ ਲਾ ਕੇ ਬੈਠੀਆਂ ਸਨ। ਬਹਾਦਰ ਸ਼ਾਹ ਮਰ ਗਿਆ, ਮਗਰੋਂ ਜਹਾਂਦਾਰ ਤਖਤ ਉੱਤੇ ਬੈਠਿਆ। ਉਹਨੇ ਵੀ ਆਪਣੀ ਸਾਰੀ ਫੌਜ ਤੇ ਸਾਰੀ ਤਾਕਤ ਬਾਬਾ ਬੰਦਾ ਸਿੰਘ ਬਹਾਦਰ ਦੀ ਤਾਕਤ ਨੂੰ ਖਤਮ ਕਰਨ ਵਾਸਤੇ ਲਾਈ। ਜਹਾਂਦਾਰ ਥੋੜਾ ਸਮਾਂ ਰਿਹਾ, ਪਰ ਜਿੰਨਾ ਚਿਰ ਵੀ ਰਿਹਾ ਲੜਦਾ ਇਸੇ ਪਾਸੇ ਹੀ ਰਿਹਾ। ਆਖਰ ਜਦੋਂ ਉਹ ਵੀ ਚਲਿਆ ਗਿਆ ਤਾਂ ਫਾਰੂਕ ਸ਼ੀਰ ਆਇਆ। ਉਸਨੇ ਆਪਣੀ ਸਾਰੀ ਤਾਕਤ, ਲਾਮ ਲਸ਼ਕਰ, ਪੂਰੀ ਦੀ ਪੂਰੀ ਤਾਕਤ ਝੋਂਕ ਦਿੱਤੀ। ਪਰ ਜਦੋਂ ਫੜੇ ਤੇ ਕੇਵਲ 40-45 ਸਿੱਖ, ਉਹ ਵੀ ਕਈ ਮਹੀਨਿਆਂ ਦੇ ਭੁੱਖੇ, ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ। ਨਮੋਸ਼ੀ ਤੇ ਬਹੁਤ ਹੋਈ ਵੀ 3 ਬਾਦਸ਼ਾਹ ਜੀ ਦੇ ਮਗਰ ਹੱਥ ਧੋ ਕੇ ਪੈ ਰਹੇ ਹੋਣ। ਭਾਰਤ ਦੀ ਸਭ ਤੋਂ ਵੱਡੀ ਸਲਤਨਤ ਜਿਹੜੀ ਹੈ ਮੁਗਲ ਸਲਤਨਤ, ਉਹਦੀ ਸਾਰੀ ਤਾਕਤ ਤੇ ਫੌਜ ਇਹਨਾਂ ਦੀ ਹੋਂਦ ਨੂੰ ਕੁਚਲ ਦੇਣ ਵਾਸਤੇ ਲੱਗੀ ਹੋਵੇ, ਤੇ ਜਦੋਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਵਾਂਗੇ ਦਿੱਲੀ ਤੇ ਰਸਤੇ 'ਚ ਲੋਕ ਵੇਖਣਗੇ ਤੇ ਲੋਕਾਂ ਨੂੰ ਕੀ ਸੁਣਿਆ ਜਾਏਗਾ ਵੀ ਆਹ ਬੰਦੇ ਫੜੇ ਨੇ ਕਈ ਮਹੀਨਿਆਂ ਦੇ ਭੁੱਖੇ, ਜਿਨ੍ਹਾਂ ਦੇ ਮਗਰ 3 ਬਾਦਸ਼ਾਹ ਹੱਥ ਧੋ ਕੇ ਪਏ ਰਹੇ। ਇਹ ਤਾਂ ਇਹਨਾਂ ਦੀ ਤਾਂ ਸ਼ੋਭਾ ਹੋਏਗੀ, ਬਹਾਦਰੀ ਦੇ ਲੋਕ ਸੋਲੇ ਗਾਉਣਗੇ। ਤਾਂ ਕੀ ਕੀਤਾ ਜਾਏ। ਲਾਹੌਰ ਦਾ ਗਵਰਨਰ ਸੀ ਅਬਦੁਲ ਸਮਦ ਖਾਨ, ਜ਼ਕਰੀਆ ਖਾਨ ਦਾ ਬਾਪ। ਉਸਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਵੀ ਤੁਸੀਂ ਜਿੰਨੇ ਵੀ ਸਿੱਖ ਗ੍ਰਿਫਤਾਰ ਕਰ ਸਕਦੇ ਹੋ ਕਰ ਲਓ। ਜਿਹੜੇ ਬੰਦਾ ਸਿੰਘ ਦੀ ਮੁਹਿੰਮ ਵਿੱਚ ਨਹੀਂ ਵੀ ਸ਼ਾਮਲ ਹੋਏ ਉਹ ਵੀ ਲੈ ਆਓ, ਸਾਨੂੰ ਸਿੱਖ ਹੀ ਚਾਹੀਦੇ ਨੇ। ਤੋ ਹਲਵਾਉਂਦੇ ਸਿੱਖ ਗ੍ਰਿਫਤਾਰ ਕੀਤੇ ਗਏ, ਦੁਕਾਨਾਂ ਕਰਦੇ ਸਿੱਖ ਗ੍ਰਿਫਤਾਰ ਕੀਤੇ ਗਏ, ਘਰਾਂ ਤੇ ਰੇਡ ਪਈ, ਘਰਾਂ ਚੋਂ ਗ੍ਰਿਫਤਾਰ ਕਰ ਲਏ ਗਏ। ਕੋਈ ਰਾਹੀ ਪਾਂਦੀ ਜਾ ਰਿਹਾ ਸਿੱਖ, ਕੋਈ ਸਫ਼ਰ ਕਰਦਾ, ਉਹਨੂੰ ਉੱਥੋਂ ਹੀ ਚੁੱਕ ਲਿਆ ਗਿਆ। ਤੋ ਕਿੰਨੀ ਗਿਣਤੀ ਹੋ ਗਈ? 740 ਜਿਉਂਦੇ ਸਿੱਖਾਂ ਦੀ ਗਿਣਤੀ। ਬਾਕੀ ਜਿਹੜੇ ਕਤਲ ਹੋਏ ਉਹਨਾਂ ਦੇ ਸਿਰ ਨੇਜਿਆਂ ਤੇ ਟੰਗ ਲਏ, ਧੜ ਗੱਡਿਆਂ 'ਚ ਸੁੱਟ ਲਏ। ਔਰ ਬੜਾ ਵੱਡਾ ਕਾਫਲਾ ਬਣਾ ਕੇ, ਯਾਨੀ ਕਿ ਆਪਣੀ ਕਮਜ਼ੋਰੀ ਤੇ ਬਹਾਦਰੀ ਦਾ ਗਲਾਫ ਚੜਾਉਣ ਵਾਸਤੇ ਨਾ, ਪਾਣ ਚੜਾਉਣ ਵਾਸਤੇ, ਕਮਜ਼ੋਰੀ ਨੂੰ ਬਹਾਦਰੀ ਦਰਸਾਉਣ ਵਾਸਤੇ, ਕਮਜ਼ੋਰ ਤਾਂ ਨਹੀਂ, ਉਹ ਕਹਿ ਲੋ ਕਿਰਤੀ ਲੋਕਾਂ ਦੇ ਉੱਤੇ, ਜਿਹੜੇ ਕਿਰਤੀ ਸਨ, ਆਪਣੀ ਕਿਰਤਕਾਰ ਕਰ ਰਹੇ ਸਨ, ਉਹਨਾਂ ਨੂੰ ਵਿੱਚ ਵੜ ਲਿਆ ਗਿਆ। ਅਸਲ 'ਚ ਇਹੀ ਸਭ ਤੋਂ ਵੱਡੀ ਕਮਜ਼ੋਰ ਬੰਦੇ ਦੀ ਨਿਸ਼ਾਨੀ ਹੁੰਦੀ। ਉਹ ਵਿਖਾਉਂਦਾ ਕੁਝ ਹੋਰ ਹੈ ਤੇ ਹੁੰਦਾ ਕੁਝ, ਕਮਜ਼ੋਰ ਹੈ ਨਾ ਅੰਦਰੋਂ, ਬਹਾਦਰੀ ਕਰਕੇ ਵਿਖਾਉਂਦਾ।
ਹਉਮੈ ਗ੍ਰਸਤ ਬੰਦਾ ਕੀ ਕਰਦਾ ਹੈ? ਜਿੱਥੇ ਉਹਦੇ ਨਾਲੋਂ ਤਕੜਾ ਬੰਦਾ ਖਲੋਤਾ ਹੋਏਗਾ ਨਾ, ਉਸ ਪਾਸੇ ਅੱਖ ਨਹੀਂ ਮਿਲਾਏਗਾ। ਜਿਹੜਾ ਉਹਦੇ ਤੋਂ ਮਾੜਾ ਤੇ ਕਮਜ਼ੋਰ ਹੋਏਗਾ ਨਾ, ਉਹਦੇ ਤੇ ਨਜ਼ਲਾ ਝਾੜੇਗਾ। ਸਮਝੋ ਬੰਦੇ ਦੇ ਪੱਲੇ ਕੱਖ ਨਹੀਂ, ਇਹ ਇੰਨੇ ਜੋਗਾ ਹੀ ਹੈ। ਇਹ ਆਪਣੇ ਤੋਂ ਕਮਜ਼ੋਰ ਵੇਖਿਆ ਤੇ ਉਹਦੇ ਉੱਤੇ ਬੰਦਾ ਅਫਰੇਵਾਂ ਕੱਢਦਾ ਹੈ, ਆਕੜਦਾ ਹੈ, ਗੁੱਸਾ ਕਰਦਾ ਹੈ, ਉਹਨੂੰ ਜਲੀਆਂ ਕਟੀਆਂ ਸੁਣਾਉਂਦਾ ਹੈ। ਪਰ ਜਦੋਂ ਆਪਣੇ ਤੋਂ ਤਕੜਾ ਮਿਲ ਜਾਏ ਤੇ ਉਹਦੇ ਅੱਗੇ ਹੱਥ ਜੋੜ ਕੇ ਖਲੋ ਜਾਂਦਾ ਹੈ, ਖੁਸ਼ਾਮਦ ਕਰਦਾ ਹੈ। ਬੰਦੇ ਦਾ, ਜਿਸ ਬੰਦੇ ਦਾ ਐਸਾ ਕਿਰਦਾਰ ਹੈ, ਸਮਝੋ ਉਹਦੇ ਪੱਲੇ ਹੀ ਕੱਖ ਨਹੀਂ। ਇਹ ਹਉਮੈ ਹੰਕਾਰ ਦਾ ਮਾਰਿਆ ਹੋਇਆ ਹੈ, ਪਰ ਅੰਦਰੋਂ ਖੋਖਲਾ ਤੇ ਕਮਜ਼ੋਰ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਇਹਨਾਂ ਸਿੱਖਾਂ ਨੂੰ 740 ਸਿੱਖ ਖੜੇ ਗਏ ਔਰ ਗੱਡਿਆਂ ਵਿੱਚ ਲੱਦੇ ਹੋਏ ਨੇ। ਇਹਨਾਂ ਨੂੰ ਸੰਗਲਾਂ ਨਾਲ, ਬੇੜੀਆਂ ਨਾਲ ਜਕੜਿਆ ਹੋਇਆ ਹੈ। ਕਈ ਸਿੱਖ ਜੰਜੀਰ ਨਾਲ ਬੱਧੇ ਹੋਏ ਨੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਵੱਖਰੇ ਪਿੰਜਰੇ ਵਿੱਚ ਪਾ ਕੇ ਖੜਿਆ ਜਾ ਰਿਹਾ। ਖੈਰ, ਹੁਕਮ ਹੋਇਆ ਦਿੱਲੀ ਖੜਦਿਆਂ ਸਾਰ ਵੀ ਇਹਨਾਂ ਚੋਂ 100 ਸਿੱਖ ਰੋਜ਼ ਕਤਲ ਕਰਨਾ। ਕਤਲਗਾਹ ਬਣਾਈ ਗਈ ਜਿੱਥੇ ਕਤਲ ਕੀਤੇ ਜਾਣੇ ਨੇ। ਕਾਜ਼ੀ ਸਾਹਿਬ ਵੱਖਰੇ ਬਹਿ ਗਏ, ਕੋਤਵਾਲ ਬੈਠ ਗਿਆ, ਫੌਜ ਆਲੇ ਦੁਆਲੇ ਖੜੀ ਹੋਈ ਹੈ, ਲਾਈਨ ਕਤਾਰ ਲੱਗ ਜਾਂਦੀ ਹੈ। ਇੱਕ ਸਿੱਖ ਨੂੰ ਆਵਾਜ਼ ਦਿੱਤੀ ਜਾਂਦੀ ਹੈ, ਚੱਲ ਬਈ। ਉਹ ਅੱਗੇ ਜਾਂਦਾ ਹੈ, ਉਹਨੂੰ ਕਾਜ਼ੀ ਪੁੱਛਦਾ ਹੈ, ਤੂੰ ਸਿੱਖ ਹੈ? ਉਹ ਕਹਿੰਦਾ, ਹਾਂ ਜੀ ਸਿੱਖ ਹਾਂ। ਤੂੰ ਆਪਣਾ ਮਜ਼ਹਬ ਤੇ ਦੀਨ ਛੱਡਣਾ ਚਾਹੁੰਦਾ ਹੈ? ਨਹੀਂ ਜੀ, ਨਹੀਂ ਛੱਡਣਾ ਚਾਹੁੰਦਾ। ਮੈਨੂੰ ਆਪਣੇ ਮਜ਼ਹਬ, ਦੀਨ ਨਾਲ ਔਰ ਗੁਰੂ ਦੀ ਸਿੱਖੀ ਨਾਲ ਬਹੁਤ ਪਿਆਰ ਹੈ। ਜੇ ਤੂੰ ਇਹ ਗੱਲ ਮੰਨ ਲਵੇਂ ਵੀ ਤੇਰਾ ਬਾਬਾ ਬੰਦਾ ਸਿੰਘ ਬਹਾਦਰ ਦੀ ਮੁਹਿੰਮ ਨਾਲ ਕੋਈ ਵਾਹ ਵਾਸਤਾ ਨਹੀਂ ਤੇ ਸਿੱਖੀ ਨਾਲ ਤੇਰਾ ਕੋਈ ਸੰਬੰਧ ਨਹੀਂ, ਤੈਨੂੰ ਬਖਸ਼ਿਆ ਜਾ ਸਕਦਾ ਹੈ। ਉਹ ਕਹਿੰਦਾ, ਨਹੀਂ ਜੀ, ਮੈਨੂੰ ਸ਼ਹੀਦੀ ਪ੍ਰਵਾਨ ਹੈ। ਤਾਂ ਉਹਨੂੰ ਅੱਗੇ ਤੋਰ ਦਿੱਤਾ ਜਾਂਦਾ, ਉੱਥੇ ਲਿਜਾਇਆ ਜਾਂਦਾ ਜਿੱਥੇ ਜਲਾਦ ਖੜੇ ਸਨ। ਉਹਦੀ ਧੌਣ ਨੀਵੀਂ ਹੁੰਦੀ ਤਾਂ ਸਿਰ ਵੱਢ ਦਿੱਤਾ ਜਾਂਦਾ। 100 ਸਿੱਖ ਰੋਜ਼ ਕਤਲ ਹੁੰਦਾ ਇਸ ਤਰ੍ਹਾਂ ਦਿੱਲੀ ਦੇ ਵਿੱਚ। ਪਰ ਕਮਾਲ ਦੀ ਗੱਲ ਇਹ ਸੀ, ਇਹ ਘਟਨਾ ਮੁਸਲਮਾਨ ਲਿਖਾਰੀਆਂ ਨੇ ਵੀ ਲਿਖੀ ਹੈ ਤੇ ਅੰਗਰੇਜ਼ ਲਿਖਾਰੀ ਵੀ ਉਸ ਵੇਲੇ ਦਿੱਲੀ ਵਿੱਚ ਪਹੁੰਚੇ ਹੋਏ ਸਨ। ਉਹਨਾਂ ਨੇ ਵੀ ਇਸ ਘਟਨਾ ਦਾ ਆਪਣੇ ਸ਼ਬਦਾਂ 'ਚ ਜ਼ਿਕਰ ਕੀਤਾ ਹੈ ਤੇ ਸਾਰਿਆਂ ਨੇ ਇੱਕ ਮਤ ਇਹ ਗੱਲ ਕਹੀ ਹੈ ਵੀ 740 ਚੋਂ ਇੱਕ ਵੀ ਐਸਾ ਨਹੀਂ ਸੀ ਜਿਨੇ ਇਹ ਗੱਲ ਆਖੀ ਹੋਵੇ ਵੀ ਮੇਰਾ ਸਿੱਖੀ ਨਾਲ ਕੋਈ ਸੰਬੰਧ ਨਹੀਂ। ਇੱਕ ਵੀ ਐਸਾ। ਸਾਰੇ ਇਹੀ ਕਹਿੰਦੇ ਸਨ, ਜੀ ਮੇਰੀ ਵਾਰੀ ਹੈ, ਮੈਂ ਸਿੱਖ ਹਾਂ, ਤੁਸੀਂ ਮੈਨੂੰ ਕਤਲ ਕਰਨਾ ਜੀ ਸਦਕੇ, ਪਰ ਹਾਂ ਮੈਂ ਸਿੱਖ। ਇਹ ਗੱਲ ਵੀ ਮੈਂ ਆਪਣੀ ਜ਼ਬਾਨ ਤੋਂ ਨਹੀਂ ਕਵਾਂਗਾ, ਕਿਉਂਕਿ ਮੈਨੂੰ ਜਿਹੜੀ ਚੀਜ਼ ਮੈਂ ਜੀਵੀ ਹੈ, ਹੰਡਾਈ ਹੈ, ਅੱਜ ਮੈਂ ਉਸ ਤੋਂ ਮੁਨਕਰ ਨਹੀਂ ਹੋ ਸਕਦਾ। ਇਹ ਸੱਚਾਈ ਹੈ ਜਿਸ ਨੂੰ ਮੈਂ ਆਪਣੇ ਜੀਵਨ 'ਚ ਹੰਡਾਇਆ। ਗੁਰੂ ਦੀ ਸਿੱਖੀ ਤੋਂ ਮੁਨਕਰ ਹੋਣ, ਇਹ ਸ਼ਬਦ ਵੀ ਜ਼ਬਾਨ ਤੋਂ ਕਹਿਣ ਦਾ ਮਤਲਬ ਇਹ ਹੈ ਆਪਣੇ ਸਿਦਕ ਨੂੰ ਕੱਚਿਆਂ ਸਾਬਤ ਕਰ ਲੈਣਾ। ਇਸ ਘਟਨਾ ਨੂੰ ਪੜ੍ਹਦਿਆਂ ਹੋਇਆ ਨਾ ਇੱਕ ਗੱਲ ਬਾਰ-ਬਾਰ ਦਿਮਾਗ ਵਿੱਚ ਆਉਂਦੀ ਰਹੀ, ਬਾਰ-ਬਾਰ, ਕਿ ਮੰਨ ਲਵੋ ਸਿੱਖੀ ਤਾਂ ਉਹਨਾਂ ਨੇ ਜੀ ਹੀ ਲੈਣੀ ਸੀ। ਇੰਨੀ ਕੁ ਗੱਲ ਜੇ ਕੋਈ ਕਹਿ ਦੇਵੇ ਇਹੋ ਜਿਹੇ ਮਾਹੌਲ ਵਿੱਚ ਵੀ ਮੈਂ ਸਿੱਖ ਨਹੀਂ, ਤੇ ਜਾਨ ਤੇ ਛੁੱਟਦੀ ਹੈ ਨਾ। ਜ਼ਾਲਮਾਂ ਦੇ ਸਕੰਜੇ ਚੋਂ ਬੰਦਾ ਬਾਹਰ ਆ ਜਾਂਦਾ ਬਾਅਦ ਚ ਆ ਕੇ। ਸਿੱਖੀ ਤਾਂ ਉਹਨਾਂ ਦੇ ਅੰਦਰ ਹੈ, ਉਹ ਕਿਹੜੀ ਖੋਈ ਜਾਸੀ ਜਿਹੜੀਆਂ ਅੱਜ ਦਲੀਲਾਂ ਦਿੰਦੇ ਵੀ ਸਿੱਖੀ ਤਾਂ ਮੰਨਦੀ ਚਾਹੀਦੀ ਹੈ। ਕਿ ਉਹਨਾਂ ਦੇ ਮਨ 'ਚ ਸਿੱਖੀ ਨਹੀਂ ਸੀ? ਕਿ ਉਹਨਾਂ ਦੇ ਮਨ ਅੰਦਰ ਗੁਰੂ ਦਾ ਪ੍ਰੇਮ ਨਹੀਂ ਸੀ? ਉਹ ਤਾਂ ਸਾਰੀਆਂ ਚੀਜ਼ਾਂ ਅੰਦਰ ਪਈਆਂ ਨੇ, ਪਰ ਗੱਲ ਤੇ ਕੇਵਲ ਜ਼ਬਾਨੋਂ ਦੋ ਸ਼ਬਦ ਹੀ ਕਹਿਣੇ ਨੇ ਵੀ ਨਹੀਂ ਜੀ ਮੇਰਾ ਸਿੱਖੀ ਨਾਲ ਸੰਬੰਧ ਨਹੀਂ, ਮੈਂ ਧੱਕੇ ਨਾਲ ਫੜ ਲਿਆ ਏ ਤਾਂ ਜਾਨ ਛੁੱਟ ਸਕਦੀ ਸੀ ਇੰਨੀ ਗੱਲ ਕਹਿਣ ਨਾਲ। ਪਰ ਨਹੀਂ, ਇਹ ਸੌਦਾ ਉਹਨਾਂ ਨੂੰ ਪ੍ਰਵਾਨ ਨਹੀਂ। ਕਾਰਨ ਕੀ ਹੋ ਸਕਦਾ ਹੈ? ਵਜ੍ਹਾ ਕੀ ਹੋ ਸਕਦੀ ਹੈ? ਅਸੀਂ ਆਪਣੇ ਬੌਧਿਕ ਪੱਧਰ ਨਾਲ ਇਹਨਾਂ ਦੇ ਵਿਸ਼ਲੇਸ਼ਣ ਕਰਦਿਆਂ ਅੱਜ ਦੀ, ਕਿਉਂਕਿ ਸਾਡੇ ਜੀਵਨ 'ਚ ਕਚਿਆਈ ਹੈ, ਅਸੀਂ ਇਹ ਦੂਸ਼ਣ ਉਹਨਾਂ ਤੇ ਲਾ ਸਕਦੇ ਹਾਂ ਕਿ ਲੈ ਇੰਨੀ ਗੱਲ ਕਹਿਣ ਨਾਲ ਜਾਨ ਬਚਦੀ ਸੀ, ਐਵੇਂ ਹੀ ਜਜ਼ਬਾਤੀ ਹੋ ਗਏ, ਐਵੇਂ ਹੀ ਭਾਵੁਕ ਹੋ ਗਏ। ਪਰ ਨਹੀਂ, ਅਸੀਂ ਸ਼ਾਇਦ ਉਸ ਤਰ੍ਹਾਂ ਗੁਰਮਤ ਨੂੰ ਜੀਂਦੇ ਨਹੀਂ ਤੇ ਗੁਰੂ ਦੇ ਪਿਆਰ ਵਿੱਚ ਇੰਨੇ ਮਗਨ ਨਹੀਂ ਜਿੰਨੇ ਉਹ ਸਨ। ਗੁਰੂ ਗ੍ਰੰਥ ਸਾਹਿਬ ਨੇ ਐਸੀਆਂ ਬੇਸ਼ੁਮਾਰ ਉਦਾਹਰਨਾਂ ਦਿੱਤੀਆਂ ਨੇ ਜਿੱਥੇ ਸੁਰਤ, ਲਗਨ ਤੇ ਲਿਵ ਉਸ ਰੱਬੀ ਗੁਣ ਨਾਲ ਜੁੜ ਜਾਏ ਤੇ ਪੈਰ ਪਛਾਂ ਪੁੱਟਿਆ ਹੀ ਨਹੀਂ ਜਾਂਦਾ। ਸੰਭਵ ਹੀ ਨਹੀਂ, ਪੋਸੀਬਿਲਿਟੀ ਹੀ ਨਹੀਂ। ਇਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਫਿਰ ਵਿਛੋੜਾ ਨਾ ਹੋਏ, ਫਿਰ ਅਲੱਗ-ਅਲੱਗ ਹੋਣ ਦੀ ਗੱਲ ਹੀ ਕੋਈ ਨਹੀਂ। ਮਿਰਗ ਦੀ ਉਦਾਹਰਣ ਦਿੱਤੀ ਹੈ, ਉਹਦਾ ਜੀਵਨ ਪੱਧਰ ਹੈ ਵੀ ਜਦੋਂ ਨਾਦ ਸੁਣਦਾ ਤੇ ਉਸ ਪਾਸੇ ਬੇਮੁਹਾਰਾ ਤੁਰ ਜਾਂਦਾ। ਨਾਦ ਵਜਾਉਣ ਵਾਲਾ ਸ਼ਿਕਾਰੀ ਹੋਵੇ, ਨਾਦ ਵਜਾਉਣ ਵਾਲਾ ਉਹਨੂੰ ਮਾਰਨਾ ਚਾਹੁੰਦਾ, ਪਰ ਉਹਦਾ ਸੰਬੰਧ ਤੇ ਨਾਦ ਨਾਲ ਹੈ ਨਾ, ਬਸ ਉਹਦੇ ਵਿੱਚ ਮਸਤ ਹੋਇਆ ਹੀ ਉਧਰ ਨੂੰ ਤੁਰਿਆ ਜਾਂਦਾ ਹੈ।
इसे करके नामदेव साहब ने आख्या, नाद भ्रमे जैसे मिर्गाए, प्राण तजे वाको ध्यान न जाए। ऐसे रामा ऐसे हीरो, राम छोड़ चित अंत न फेरो। ज्यों मीना हीरा पशुआरा, सोना गढ़ ते हीरा सुनारा। ये उदाहरण सारियां उन्हां दे शब्द विच मौजूद ने। खैर गल की कि अंदरों गुरु दे प्यार नाल इन्ना क जीवन भरिया पिया है, परिपूर्ण है, अंदरों सुरत इन्नी का अकाल पुरख दे गुणा ते नाम नाल जुड़ी हुई है, जां यूं कह लो भी गुरमत नूं इन्ना जीवन विच जीविया है, हुण अंतरात्मा नहीं मनदा भी जबान तो यह गल कह दें। चलो ये तो 740 ने, कल्ले सिख दी भी तुसीं गल देख लो, जिथे कल्ला सिख भी गिरफ्तार किया गया उत्थे भी गल इहो ही माहौल तुसीं वेखोगे। जिन्हां ने इस चीज़ तो मुनकर होना हुंदा है ना, वो इहो जे टाइम दे उत्ते इहो जे राह पैंदे ही नहीं, वो पहलों ही चढ़ जाते हैं पहले पड़ाव ते आके। फर्क ये है, इस राह ते तुरदा ही ये है जिन्हें तोड़ निभा देनी है। इस राह दा पांधी ही वो बनता है जिसने धुर तक मकसद तक पहुंच जाना है। दूजे ते साडे वर्गे पहले पड़ाव ते ही साथ छड़ जाते हैं भी नहीं साडे वस दी गल नहीं। तो गुरु महाराज पातशाह बाणी च कहंदे ने, लेव धात जोड़ ना आवई। एक है रब्बी लगन ते एक है मायक पदार्थां दी लगन। एक है सिदक वाला जीवन, एक है बेसिदकी जिंदगी। हुण दोनों का आपस जोड़ नहीं बन सकता, संबंध नहीं कि दोवें मैं कट्ठियां जी लवां, ये जोड़ नहीं हो सकता। तो गुरु ग्रंथ साहब महाराज जी कहते ने, लल्ला ऐसे लिव मन लावै, जदों मन की ऐसी लगन लग गई, अजे विकारां वल लगी हुई, विषयां वल लगी हुई है, ऐश परस्तियां वल लगी, जदों ये लगन उस रब्बी गुणा वल लग गई, कहते ने अंत न जाए, फिर मन होर किसे पासे नहीं जाता, होर किसे पासे नहीं भटकदा, परम सच पावै। उस परम सब तो उच्चे प्रभु अकाल पुरख नूं वो अपने अंदरों फिर जान के पा लैंदा है। और जो तां प्रेम लिव लावै, ते जदों फिर ओदी प्रेम दी लगन अकाल पुरख दे गुण नाम हुक्म नाल लग जांदी है, तो अल्लाह अल्लाह है ना लभ्या जाण वाला कठिन, जिहड़ा हर साधारण मनुख दे जानी के कंट्रोल विच नहीं, उहदे वस विच नहीं गल, उस दुर्लभ अकाल पुरख नूं भी लभ लैंदा, अपने अंदरों लह प्राप्त कर लैंदा है। लह चरण समावै ते उस नूं लभ के सदा उहदी याद विच समाया रहिंदा, जुड़िया रहिंदा। भवरा फुੱਲ उत्ते आके बैठिया, रोज़ आके सुगंधी माणदा, रोज़ उहदा रस पींदा। एक दिन उस उत्ते बैठिया ते इन्ना मगन हो गया कि शाम दे वक्त जदों सूरज अस्त होया, फुੱਲ दीयां पंखड़ियां बंद हो गई। फुੱਲ दीयां पंखड़ियां बंद होण दे नाल उस भवरे दा साह घुटिया गया ते प्राण निकल गया। गुरु ग्रंथ साहब महाराज विच इस नूं प्रीत दी संज्ञा दिती गई है। सतगुरु बाणी विच आखदे ने, ज्यों मछली बिन पानी है क्यों जीवन पावै, बूंद भी होना चातर को क्यों कर तृप्तावै, नाद कुरंकै बेद्या सन्मुख उठ धावै, भवर लोभी कुसुम बास का मिल आप बंधावै, त्यों संत जना हर प्रीत है देख दर्श अगावै। प्रीत दा अर्थ हुंदा है प्यार। कोई भी प्यार लगन तो बिना सिरे नहीं चढ़ सकता, कोई भी प्यार लगन तो बिना कच्चा ते अधूरा है। कोई भी मुहब्बत स्वार्थ दे वस विच पाई हुई छेती दम तोड़ जाती है, ते जे वो लगन विच वस जाए, मनुख अपने आपे दी परवाह कीते बिना उस मुहब्बत दे प्यार दे असूल नूं निभा जाता है। इस वास्ते गरीब नवाज बख्शिश करते ने, ववा बार बार बिशन संभार। बाबा शब्द की वरतों करदिआं कहंदे ने, हे भाई मुड़ मुड़ के बार बार हर वेले उस सर्वव्यापी अकाल पुरख नूं संभार, चेते विच रख। इत्थे बिशन शब्द वरते, ये हुण विशन विशन ते बिशन बब्बे ते ववे नाल दोवें तरह नाल ही इस सारे बंद विच दो बार शब्द आया। वैसे तो गुरु ग्रंथ साहब जी की बाणी दे विच उन्हां परालौकिक शक्तियां नूं नाम दे के पुजारियां ने देवतियां दे रूप विच थापिया ते उन्हां दी पूजा दे विधान घड़ दिते, उन्हां नूं रब बना के पेश कीता। गुरु ग्रंथ साहब महाराज ने उन्हां नूं बाणी दे विच रोगी आखिया। ब्रह्मा विशन महादेव त्रै गुण रोगी।
गल समझण वाली है। ब्रह्मा नूं भी बीमार आख्या है, विष्णु नूं भी रोगी आख्या है, महादेव शिव नूं भी रोगी आख्या है। और गुरु पातशाह कहंदे इन्हां ने जिन्नी भी जीवन की क्रिया की हौमे च की, जो पुजारी ने इन्हां बारे दस्सिया उहदे वल वेख के गुरु महाराज कह रहे हैं, ब्रह्मा विष्णु महादेव त्रै गुण रोगी विच हौमै कार कमाई। गुरु पातशाह कहंदे ने ये तिन्ना गुणा रजो गुण तमो गुण ते सतो, ये तिन्ने ही माया दे पसारे दे गुण ने, माया दे सुभाਅ ने। कहंदे ने तिन्ना गुणा दे विच रोगी ने ते हौमे दे विच ही इन्हां दी सारी जीवन क्रिया लंघी है। जिस तरह दा पुजारी ने इन्हां दा जीवन पेश कीता है उहदा निचोड़ ये है। कबीर साहब नूं पुछ लईए, कबीर साहब कांशी दे विच रहण वाले सन और कांशी विच बह के ये पंक्तियां उन्होंने लिखियां ते अपने सत संगियां नाल उपदेश साझा कीता। वो कहंदे सरपनी ते ऊपर नहीं छलिया, माया नूं सपनी के जहरीली, जिन ब्रह्मा विष्णु महादेव छलिया। कहंदे ब्रह्मा होवे, विष्णु होवे, महेश होवे, तिन्हां नूं माया ने छलिया बुरी तरह नाल। उन्हां दियां पुराणिक कथावां ये गल्लां कूक कूक के कहिंदियां ने, वेखो माया ग्रसे बंदे किस हद तक डिग जांदे हन। संखेप विच कहां, क्योंकि इन्हां बचनां दा कुछ आधार है। पुजारी ने जो अपने ग्रंथां विच ब्रह्मा बाबत कथा लिखी भी वो अपनी बच्ची उत्ते ही उस दी अख मैली हो जाती है। ये हुण संसार दी सब तो गिरी हुई हरकत है। अगर ऐसा है तो बहुत घटिया है। विष्णु बाबत भी कुछ ऐसे विचार रखे गए ने भी उसका इहो जिहियां सुख सहूलतां दे विच मुबतला होना, खचत होना, विषय विकारां नूं पूरी तरह नाल भोगना ते अवतार लै लै के रास लीला रचाउणियां। ते जे शिव दी गल कीती जाए वो भी कामा तुर हो के, काम वस हो के दारू नाम दे जंगल दे विच भटक रहा सी। ये सारियां गल्लां एक साधारण मनुख दे उत्ते भी विकारी होने का लेबल ला दिंदियां ने। पर जिन्हां नूं भगवान ते आदर्श कह के मन्निया ते पूजिया जांदा होवे ते पुजारी एक पासे आके भी ये भगवान ने पूजा करो ते दूजे पासे उन्हां दीयां कहानियां भी इस तरह दीयां बनाए जिहड़ियां साधारण मनुख नाल भी जुड़ जाण ते वो मूह लुका लैंदा है। ये हुण पुजारी नूं सोचना चाहिए भी भगवान इन्ने औगणा दे विच खचत होया, वो भगवान किवें रह गया। एक पासे उहदी पूजा करवा रहा है, एक पासे उहदे नाम ते घटिया किस्म दीयां कहानियां जोड़ के ते उन्हां नूं नीवा विखा रहा है। हुण किसी बाहर वाले साजिशी ने नहीं जोड़ियां, पुजारी ने जोड़ियां हैं। और मुआफ कर देना जिवें असीं भी जोड़ते हैं, क्योंकि अपनी गल भी नाल ही होनी चाहिए है ना। किते असीं भी उसे रोग के शिकार ना हो जाए भी दूजे नूं कहिंदे रहीए, दूजियां दीयां गल्लां करदे रही ते आप असीं ओहो कुछ ही करी चलीए। जिवें असीं अपने गुरु पातशाह नूं थां थां ते शराप दिंदे होए, गुरु पातशाह फलाने नूं शराप दे दिता, गुरु महाराज ने फलाने नूं ऐ कर दिता। जिसनूं तुसीं मिठ बोलड़ा आखदे हो, जिसनूं तुसीं दयावान आखदे हो, जो दूसरिਆਂ ਲਈ ਤਤੀਆਂ ਤਵੀਆਂ ਉੱਤੇ ਬਿਰਾਜ ਜਾਣ ਤੱਕ ਪਹੁੰਚ ਜਾਂਦਾ ਹੈ, ਕਿ ਉਸ ਦੇ ਮੁਖ ਤੋਂ ਕਿਸੇ ਦੇ ਬੁਰੇ ਬਚਨ ਨਿਕਲ ਸਕਦੇ ਹਨ? ਅਸੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ? ਗੁਰੂ ਕ੍ਰੋਧੀ ਹੈ? ਕੀ ਸਾਬਤ ਕਰਨਾ ਚਾਹੁੰਦੇ ਹਾਂ? ਗੁਰੂ ਕੌੜਾ ਬਚਨ ਬੋਲਦਾ ਹੈ। ਜਿਹੜੇ ਗੁਰੂ ਨੇ ਇਹ ਮਤ ਬਾਣੀ ਵਿੱਚ ਦਿੱਤੀ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। तो जदों भी ऐसी कहानी किते आउंदी है असीं सोचते क्यों नहीं? बाणी साडे सामने हुंदी है। हैरानी दी गल ये गल्लां हुंदियां भी गुरु ग्रंथ साहब दी हजूरी विच ही ने, जिथे इस बाणी दा प्रकाश है। जे गुरु दा सुभाअ जानना होवे ते गुरु दी बाणी तो वड्डी चीज साडे कोल कोई नहीं। ये बाणी गुरु दे अंतर आत्मे दी आवाज है। गुर निमख ना मन ते टारी दे, ये मन चों निकली हुई आवाज है जो गुरु जी रहा, हंडा रहा है, जो महसूस करता। गुरु ने वो आवाज शब्द राही सानू सुनाई। इस वास्ते सानू भी ये गल्लां सुचेत करदियां जो गुरु पातशाह ने बाणी दे विच ये गल आखी है। जे असीं भी इस राह ते चल पए ते साडा भी हशर आउण वाले सैकड़े सालां बाद ऐसा ही होवेगा। इस करके गुरु पातशाह दे जीवन नूं बाणी विचों वेखीए ते उसे साखी ते इतिहास दी उसे घटना नूं ही मान देईए जिहड़ी गुरबाणी दे सिद्धांत ते विचार उत्ते खरी उतरदी है। ਤਾਂ ਇਹਦੇ ਵਿੱਚ ਹੀ ਸਾਡਾ ਭਲਾ ਹੈ। ਤੂੰ ਗਰੀਬ ਨਵਾਜ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ। ਇੱਥੇ ਵਿਸ਼ਨ ਸ਼ਬਦ ਕਿਸ ਲਈ ਵਰਤਦੇ ਹਨ? ਅਕਾਲ ਪੁਰਖ ਲਈ।
ਇਸੇ ਭਾਵ ਦੇ ਬਚਨ ਜਿਹੜੇ ਨੇ ਕਬੀਰ ਸਾਹਿਬ ਜੀ ਨੇ ਹੋਰ ਥਾਂ ਵੀ ਉਚਾਰਨ ਕੀਤੇ ਨੇ। ਉੱਥੇ ਬਚਨ ਆਇਆ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਮੇਰੀ ਜੇਬਾ ਬਿਸ਼ਨ ਨੈਣ ਨਾਰਾਇਣ ਹਿਰਦੈ ਬਸੈ ਗੋਬਿੰਦਾ। ਇਹ ਕਬੀਰ ਸਾਹਿਬ ਦੀ ਬਾਣੀ ਦਾ ਬੋਲ ਹੈ। ਮੇਰੀ ਜੇਬਾ ਬਿਸ਼ਨ, ਮੇਰੀ ਰਸਨਾ ਦੇ ਉੱਤੇ ਉਸ ਪ੍ਰਭੂ ਅਕਾਲ ਪੁਰਖ ਦਾ ਨਾਮ ਹੈ। ਨੈਣ ਨਾਰਾਇਣ, ਮੇਰੀਆਂ ਅੱਖਾਂ ਵਿੱਚ ਉਹਦੇ ਦੀਦਾਰ ਦੀ ਤਲਬ ਹੈ। ਔਰ ਹਿਰਦੈ ਬਸੈ ਗੋਬਿੰਦਾ, ਮੇਰੇ ਹਿਰਦੇ ਵਿੱਚ ਉਹ ਸ੍ਰਿਸ਼ਟੀ ਦਾ ਮਾਲਕ ਸਿਰਜਣਹਾਰ ਵਸਦਾ ਹੈ। ਹੁਣ ਇਸ ਵਿਸ਼ਨ ਸ਼ਬਦ ਤੋਂ ਤੇ ਐਸ ਜਿਹੜੀ ਪੰਕਤੀਆਂ, ਦੋ ਪੰਕਤੀਆਂ ਚ ਵਿਸ਼ਨ ਤੇ ਵਿਸ਼ਨ ਸ਼ਬਦ ਆਇਆ, ਕੋਈ ਭੁਲੇਖਾ ਨਾ ਖਾ ਲਵੇ, ਇਸ ਵਾਸਤੇ ਮੈਂ ਕਬੀਰ ਸਾਹਿਬ ਦੀ ਬਾਣੀ ਦਾ ਇਹ ਬਚਨ ਸਾਂਝਾ ਕਰ ਹੀ ਲਿਆ ਵੀ ਉਸ ਵਿਸ਼ਨੂੰ ਵਾਸਤੇ ਕਬੀਰ ਜੀ ਤਾਂ ਉਹਨੂੰ ਕਹਿੰਦੇ ਨੇ ਵੀ ਇਹਨੂੰ ਤਾਂ ਮਾਇਆ ਨੇ ਛਲ ਲਿਆ, ਮਾਇਆ ਦੇ ਫਰੇਬ ਤੇ ਧੋਖੇ ਵਿੱਚ ਆ ਗਿਆ। ਤੋ ਸਮਝ ਲੈਣਾ ਚਾਹੀਦਾ ਕਬੀਰ ਸਾਹਿਬ ਦਾ ਵਿਸ਼ਨੂੰ ਕੌਣ ਹੈ। ਕਬੀਰ ਸਾਹਿਬ ਵਿਸ਼ਨ ਕਿਹਨੂੰ ਕਹਿੰਦੇ ਹਨ? ਸਰਵ ਵਿਆਪੀ ਅਕਾਲ ਪੁਰਖ ਨੂੰ। ਹੁਣ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪ੍ਰਮਾਣ ਆਪਾਂ ਬਹੁਤ ਸੌਖਾ ਹੈ, ਆਪਾਂ ਸੁਖਮਨੀ ਸਾਹਿਬ ਦੇ ਪਾਠ 'ਚ ਇੱਕ ਬਚਨ ਪੜ੍ਹਦੇ ਹਾਂ, ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ। ਅੱਗੇ ਕੀ ਹੈ ਜੀ? ਵਿਸ਼ਨ ਕੀ ਮਾਇਆ ਤੇ ਹੋਏ ਪਹਿਨ। ਵਿਸ਼ਨ ਮਤਲਬ ਰੱਬ, ਅਕਾਲ ਪੁਰਖ ਵਾਹਿਗੁਰੂ। ਕਰਮ ਕਰਤ ਹੋਵੈ ਨਿਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾਜੈ। ਮਨ ਤਨ ਅੰਤਰ ਸਿਮਰਨ ਗੋਪਾਲ, ਗੋਪਾਲ ਵੀ ਕਹਿ ਦਿੱਤਾ। ਹੁਣ ਇਹ ਸਾਰੇ ਸ਼ਬਦ ਇੱਕ ਅਕਾਲ ਪੁਰਖ ਦੇ ਬੋਧਕ ਹਨ, ਇੱਕ ਰੱਬ ਦੇ ਬੋਧਕ ਹਨ। ਕਿਸੇ ਦੇਵੀ ਦੇਵਤੇ ਵਾਸਤੇ ਸ਼ਬਦ ਨਹੀਂ ਗੁਰੂ ਗ੍ਰੰਥ ਸਾਹਿਬ ਚ ਵਰਤੇ ਜਾ ਰਹੇ। ਔਰ ਇੱਕ ਜਗ੍ਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ। ਇਹ ਸ਼ਬਦ ਵੀ ਅਕਾਲ ਪੁਰਖ ਦੇ ਬੋਧਕ ਹਨ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਜਗ੍ਹਾ ਤੇ ਕਹਿੰਦੇ ਨੇ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਵਿਸ਼ਨ ਪਰੀ। ਭਗਵੰਤ ਵੀ ਉਹਨੂੰ ਕਿਹਾ ਤੇ ਵਿਸ਼ਨ ਵੀ ਉਹਨੂੰ ਕਿਹਾ, ਜਾਣੀ ਕਿ ਗੱਲ ਸਪਸ਼ਟ ਕਰ ਦਿੱਤੀ। ਸੋ ਇਹ ਸ਼ਬਦ ਜਿੰਨੇ ਵੀ ਵਾਰ ਵੀ ਵਿਸ਼ਨ ਆਵੇ, ਰਿਸ਼ੀਕੇਸ਼, ਹਰੀ, ਗੋਵਰਧਨ, ਬੀਠਲ, ਰਾਮ, ਇਹ ਜਿੰਨੇ ਵੀ ਸ਼ਬਦ ਨੇ ਇੱਕ ਅਕਾਲ ਪੁਰਖ ਦੇ ਬੋਧਕ ਨੇ। ਜਿੱਥੇ ਉਹਨਾਂ ਬਾਬਤ ਗੱਲ ਹੋਈ ਜਿਨ੍ਹਾਂ ਨੂੰ ਮਨੁੱਖਾਂ ਨੂੰ ਭਗਵਾਨ ਬਣਾਇਆ, ਉੱਥੇ ਗੁਰੂ ਸਾਹਿਬ ਨੇ ਆਪਣੀ ਗੱਲ ਬੜੀ ਸਪਸ਼ਟ ਕਰ ਦਿੱਤੀ ਹੈ ਵੀ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸ਼ਾਸਤ ਜੇਨੋ ਪਾਇਆ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਹੇ ਭਾਈ ਬਾਰ-ਬਾਰ ਉਸ ਕਰਤੇ ਨੂੰ ਯਾਦ ਵਿੱਚ ਰੱਖ, ਵਿਸ਼ਨ ਸੰਭਾਰ ਨਾ ਆਵੇ ਹਾਰ। ਜਦੋਂ ਤੂੰ ਉਹਦੀ ਸੰਭਾਲ ਕਰੇਗਾ, ਉਹਨੂੰ ਆਪਣੇ ਜੀਵਨ ਵਿੱਚ ਵਸਾ ਕੇ ਉਹਦੀ ਯਾਦ ਵਿੱਚ ਜੁੜੇਗਾ, ਤਾਂ ਜੀਵਨ ਦੀ ਖੇਡ ਵਿੱਚ ਤੈਨੂੰ ਹਾਰ ਦਾ ਮੂੰਹ ਨਹੀਂ ਵੇਖਣਾ ਪਏਗਾ। ਜੀਵਨ ਦੀ ਬਾਜੀ ਜਿੱਤ ਜਾਏਗਾ। ਸੋ ਜਿਨ ਬਾਜੀ ਘਰ ਆਇਆ। ਬਾਣੀ ਦੇ ਵਿੱਚ ਅਸੀਂ ਇਹ ਪੜ੍ਹਦੇ ਹਾਂ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂੜ ਗਵਾਏ ਜੀਓ। ਅਸੀਂ ਭਾਵੇਂ ਉਦੋਂ ਹੀ ਪੜ੍ਹਦੇ ਹਾਂ ਬਹੁਤੀਆਂ ਪੰਕਤੀਆਂ ਜਦੋਂ ਕੋਈ ਚਲਾਣਾ ਕਰ ਜਾਏ, ਪਰ ਸਤਿਗੁਰੂ ਇਹ ਸਾਡੇ ਜੀਵਨ ਵਿੱਚ ਸਾਨੂੰ ਸਮਝਾਉਂਦੇ ਨੇ ਵੀ ਮਨਮੁਖ ਆਪਣਾ ਮੂਲ ਕੀ ਹੈ? ਜਿਹੜੀ ਸਵਾਸਾਂ ਦੀ ਪੂੰਜੀ ਹੈ, ਮੂਲ ਹੈ ਵੀ ਜੋ ਰੱਬ ਨੇ ਸਾਡੇ ਅੰਦਰ ਤਾਕਤ ਪਾਈ ਸੀ ਚੰਗਾ ਕਰਨ ਦੀ, ਧਰਮ ਕਮਾਉਣ ਦੀ, ਨੇਕੀ ਕਰਨ ਦੀ, ਉਹ ਤਾਕਤ ਐਵੇਂ એનર્ਜੀ ਵੇਸਟ ਕਰ ਲਈ। ਮੂਲ ਜਾਨੀ ਕਿ ਚਲਿਆ ਗਿਆ, ਆਪਣੇ ਆਪ ਦੀ ਪਹਿਚਾਣ ਨਾ ਕੀਤੀ। ਪਰ ਗੁਰਮੁਖ ਨੇ ਉਸੇ ਸਮੇਂ ਦਾ, ਉਸੇ ਹੀ ਜੀਵਨ ਦਾ, ਉਸੇ ਸਵਾਸਾਂ ਦਾ ਤੇ ਰੱਬ ਦੀ ਦਿੱਤੀ ਹੋਈ ਇਸ ਅੰਦਰ ਦੀ ਤਾਕਤ ਦੀ ਸਵਰਤੋਂ ਕਰ ਲਈ। ਉਹਨੇ ਲਾਹਾ ਖੱਟ ਲਿਆ। ਇੱਕ ਬੱਚੇ ਨੂੰ ਪੈਸੇ ਦਿੱਤੇ ਜਾਂਦੇ ਨੇ ਵੀ ਤੂੰ ਇਹਦੇ ਨਾਲ ਵਪਾਰ ਕਰਨਾ ਹੈ। ਪਿਤਾ ਨੇ ਆਪਣੀ ਸਾਰੀ ਪੂੰਜੀ ਦੋ ਬੱਚਿਆਂ 'ਚ ਵੰਡ ਦਿੱਤੀ। ਇੱਕ ਨੇ ਚੰਗਾ ਵਪਾਰ ਕੰਮ ਕੀਤਾ ਤੇ ਲਾਹਾ ਖੱਟ ਲਿਆ, ਉਹਨੇ ਪੈਸੇ ਵਧਾ ਲਏ, ਤੇ ਦੂਜੇ ਨੇ ਜੂਆ ਖੇਡ ਲਿਆ, ਦੂਜੇ ਨੇ ਨਸ਼ਾ ਕਰ ਲਿਆ, ਐਸ਼ਪ੍ਰਸਤੀ ਕਰ ਲਈ। ਉਹ ਜਿੰਨੇ ਉਹਨੂੰ ਕੰਮ ਚਲਾਉਣ ਲਈ ਦਿੱਤੇ ਸਨ ਉਹ ਵੀ ਖਾ ਪੀ ਗਿਆ। ਹੁਣ ਲਾਹਾ ਕੌਣ ਖੱਟੇਗਾ? ਜਿਸ ਨੇ ਉਹਨਾਂ ਪੈਸਿਆਂ ਦੀ ਸਵਰਤੋਂ ਕਰਕੇ ਕੋਈ ਚੰਗਾ ਕੰਮਕਾਰ ਕਿਰਤ ਸ਼ੁਰੂ ਕਰ ਲਈ ਹੈ ਤੇ ਉਹਦੇ ਚੋਂ ਹੁਣ ਨਫਾ ਖੱਟ ਰਿਹਾ। ਉਹਨੇ ਮਾਇਆ ਵਧਾ ਲਈ, ਉਹਨੇ ਦੌਲਤ ਵਧਾ ਲਈ, ਇੱਕ ਨੇ ਖਾ ਕੇ ਮੁਕਾ ਲਈ। ਉਹਨੇ ਮੂਲ ਵੀ ਗਵਾ ਲਿਆ, ਉਹਨੇ ਲਾਹਾ ਖੱਟ ਲਿਆ। ਉਹਨੇ ਮੂਲ ਵੀ ਗਵਾ ਲਿਆ, ਜਿਹੜਾ ਉਹਨੂੰ ਦਿੱਤਾ ਸੀ ਨਾ ਵੀ ਇਹਦੇ ਨਾਲ ਕੰਮ ਚਲਾਈ, ਆਪਣਾ ਕਿਰਤਕਾਰ ਕਰ, ਉਹਨੇ ਆਪਣਾ ਮੂਲ ਖਾ ਪੀ ਕੇ ਐਸ਼ਪ੍ਰਸਤੀਆਂ ਕਰਕੇ ਉਡਾ ਦਿੱਤਾ। ਹੁਣ ਖਾਲੀ ਹੱਥ ਹੈ। ਇਹੀ ਫਰਕ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਗੁਰੂ ਦੇ ਰਾਹ ਤੇ ਤੁਰਨ ਵਾਲੇ ਨੂੰ ਜਦੋਂ ਸੋਝੀ ਹੋ ਜਾਂਦੀ ਹੈ ਆਪਣੇ ਜੀਵਨ ਦੀ ਤੇ ਉਹ ਲਾਹਾ ਖੱਟਦਾ ਹੈ। ਤਾਂ ਦੂਸਰੇ ਪਾਸੇ
ਜਿਹੜਾ ਮਨਮੁਖ ਮਨ ਦਾ ਮੁਰੀਦ ਬਣਿਆ ਰਹਿੰਦਾ ਹੈ, ਜੋ ਜੀ ਆਇਆ ਉਹੀ ਕਰਨਾ ਹੈ, ਗੁਰੂ ਦੀ ਸਿੱਖਿਆ ਨਹੀਂ ਲੈਣੀ, ਉਹ ਆਪਣਾ ਮੂਲ ਗਵਾ ਕੇ ਖਾਲੀ ਹੋ ਜਾਂਦਾ ਹੈ। ਤਾਂ ਸਮਾਂ ਤਾਂ ਦੋਵਾਂ ਕੋਲ ਹੈ, ਪਰ ਕੌਣ ਉਹਦੀ ਸਵਰਤੋਂ ਕਰਦਾ ਹੈ, ਕੌਣ ਦੁਰਵਰਤੋਂ। ਸਵਾਸਾਂ ਦੀ ਪੂੰਜੀ ਤੇ ਦੋਵਾਂ ਕੋਲ ਹੀ ਹੈ, ਸਰੀਰ ਵੀ ਦੋਵਾਂ ਨੂੰ ਮਿਲਿਆ ਹੈ, ਸੰਸਾਰ ਕੁਦਰਤ ਵਿੱਚ ਰਹਿਣ ਦਾ ਮੌਕਾ ਵੀ ਦੋਵਾਂ ਕੋਲ ਹੈ। ਇੱਕ ਨੇ ਜੁਗਤ ਅਪਣਾਈ ਤੇ ਲਾਹਾ ਖੱਟ ਲਿਆ, ਦੂਜੇ ਬੇਜੁਗਤੇ ਨੇ ਆਪਣਾ ਮੂਲ ਗਵਾ ਲਿਆ, ਸਭ ਕੁਝ ਉਸੇ ਤਰ੍ਹਾਂ ਹੀ ਖਤਮ ਕਰ ਲਿਆ। ਤਾਂ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਤੈਨੂੰ ਇਸ ਸੰਸਾਰ ਦੇ ਪਿੜ ਵਿੱਚ ਜੀਵਨ ਦੀ ਖੇਡ ਖੇਡਦਿਆਂ ਹੋਇਆਂ ਹਾਰ ਦਾ ਮੂੰਹ ਨਹੀਂ ਵੇਖਣਾ ਪਏਗਾ। ਤੂੰ ਹਾਰੇਗਾ ਨਹੀਂ, ਤੂੰ ਜੇਤੂ ਹੋਏਗਾ। ਤੂੰ ਇਸ ਜੀਵਨ ਦੀ ਬਾਜ਼ੀ ਨੂੰ ਜਿੱਤ ਜਾਏਗਾ ਜੇ ਤੂੰ ਕਰਤੇ ਦੇ ਗੁਣਾਂ ਨਾਲ ਸਾਂਝ ਬਣਾ ਕੇ ਜੁਗਤ ਜੀਵਨ ਜਿਉਣ ਦੀ ਸਿੱਖ ਲਵੇਂਗਾ। ਤੂੰ ਕਹਿੰਦੇ ਨੇ ਬਲ ਬਲ ਸਦਕੇ ਹਾਂ, ਬਲਿਹਾਰ ਹਾਂ, ਜੇ ਵਿਸ਼ਨ ਤਨਾ ਜਸ ਗਲ। ਤਨ ਕਹਿੰਦੇ ਨੇ ਪੁੱਤਰ ਨੂੰ। ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ ਨਾ ਤਾਂ ਰੱਬ ਦੇ ਪਿਆਰਿਆਂ ਨੂੰ ਰੱਬ ਦੇ ਪੁੱਤਰ ਆਖਿਆ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਦਾਤਾ। ਦੋ ਸ਼ਬਦ ਹੁੰਦੇ ਨੇ, ਔਂਤਰਾ ਤੇ ਸੌਂਤਰਾ। ਔਂਤਰਾ ਉਹਨੂੰ ਕਹਿੰਦੇ ਨੇ ਜਿਸ ਦੇ ਔਲਾਦ ਨਾ ਹੋਵੇ। ਇੱਕ ਸਾਡੇ ਕਲਚਰਲ ਭਾਸ਼ਾ ਨੇ ਸ਼ਬਦ ਵਰਤ ਲਏ। ਤੇ ਸੌਂਤਰਾ ਕਿਹਨੂੰ ਕਹਿੰਦੇ ਨੇ? ਜਿਹੜਾ ਔਲਾਦ ਸਹਿਤ ਹੈ, ਜਿਸ ਦਾ ਖਾਨਦਾਨ ਅੱਗੇ ਚੱਲ ਪਿਆ, ਪਰਿਵਾਰ ਅੱਗੇ ਤੁਰ ਪਿਆ। ਇਹ ਸ਼ਬਦ ਸਨ ਸਾਡੀ ਭਾਸ਼ਾ ਦੇ। ਵੈਸੇ ਕੁਦਰਤ ਦੀਆਂ ਦਾਤਾਂ ਨੇ। ਔਲਾਦ ਹੋਵੇ ਨਾ ਹੋਵੇ ਇਹਦੇ ਨਾਲ ਕੋਈ ਵੱਡਾ ਜਾਂ ਛੋਟਾ ਨਹੀਂ ਹੋ ਜਾਂਦਾ। ਮਨੁੱਖ ਦੇ ਆਪਣੇ ਕਰਮ ਵੱਡੇ ਛੋਟੇ ਨੇ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਪਾਂ ਪਾਵਨ ਬਾਣੀ ਪੜ੍ਹਨ ਵਾਲੇ ਹਾਂ। ਇਹ ਪੰਕਤੀ ਹੀ ਅਸੀਂ ਪੜ੍ਹ ਲੈਨੇ ਆ ਵੀ ਪੁੱਤੀ ਗੰਢ ਪਵੈ ਸੰਸਾਰ। ਵੀ ਪੁੱਤਰ ਨਾਲ ਭਾਵੇਂ ਘਰ ਵਿੱਚ 4 ਧੀਆਂ ਵੀ ਹੋਣ ਤਾਂ ਵੀ ਸਾਡੀ ਲਿਵ ਉੱਥੇ। ਧੀਆਂ ਨੂੰ ਤਾਂ ਅਸੀਂ ਇਹ ਸਮਝਦੇ ਵੀ ਵਾਧੂ ਚੀਜ਼ਾਂ ਨੇ। ਪੁੱਤੀ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧੀਆਂ ਤੇ ਪੁੱਤਰ ਦੋਵਾਂ ਲਈ ਸਾਂਝਾ ਹੈ। ਪਰ ਇਹ ਇੱਕ ਉਦਾਹਰਣ ਹੈ, ਸਿਧਾਂਤ ਨਹੀਂ ਹੈ ਵੀ ਹੋਣਾ ਹੀ ਚਾਹੀਏ। ਇਹ ਕੋਈ ਸਿਧਾਂਤ ਨਹੀਂ ਹੈ। ਇੱਕ ਉਦਾਹਰਣ ਹੈ ਵੀ ਜਿਵੇਂ ਸਾਡਾ ਖਾਨਦਾਨ ਅੱਗੇ ਤੁਰਦਾ ਤੇ ਸੰਸਾਰ ਨਾਲ ਗੰਢ ਬਣੀ ਰਹਿੰਦੀ ਹੈ ਵੀ ਸਾਡੇ ਪੁੱਤਰ ਧੀਆਂ ਗਾਂ ਸਾਡਾ ਨਾਮ ਲਿਖਵਾਉਂਦੇ। ਇਸ ਤਰ੍ਹਾਂ ਇੱਕ ਉਦਾਹਰਣ ਹੈ। ਇਸੇ ਤਰ੍ਹਾਂ ਦੀ ਸਾਂਝ ਰੱਬ ਨਾਲ ਬਣਾ। ਉੱਥੇ ਇੱਕ ਉਦਾਹਰਣ ਮਾਤਰ ਗੱਲ ਕਹੀ ਹੈ। ਵੈਸੇ ਵੀ ਸਾਡੇ ਕਲਚਰ ਤੇ ਸੱਭਿਆਚਾਰ ਵਿੱਚ ਧੀ ਨੂੰ ਵੀ ਬਾਪ ਜਦੋਂ ਆਵਾਜ਼ ਮਾਰਦਾ ਤੇ ਪੁੱਤ ਕਹਿ ਕੇ ਸੱਦਦਾ ਵੀ ਪੁੱਤ ਗੱਲ ਸੁਣ। ਹੁਣ ਧੀ ਨੂੰ ਵੀ ਪੁੱਤ ਕਿਹਾ ਜਾਂਦਾ ਹੈ। ਅਸੀਂ ਇਹ ਸ਼ਬਦ ਜਦੋਂ ਪੜ੍ਹਦੇ ਹਾਂ, ਪੂਤਾ ਮਾਤਾ ਕੀ ਤੇ ਮਤ ਜਾਣੂ, ਕੱਲ ਲੜਕਿਆਂ ਨੂੰ ਕਹੀ ਗਈ ਗੱਲ ਹੈ, ਕੱਲੀ ਮਰਦਾਂ ਨੂੰ ਕਹੀ ਗਈ ਗੱਲ ਹੈ, ਔਰਤ ਨੂੰ ਵੀ ਵਿੱਚੇ ਕਿਹਾ। ਕਿਉਂਕਿ ਸਾਡਾ ਕਲਚਰ ਕਹਿੰਦਾ ਹੈ ਧੀ ਹੋਵੇ ਪੁੱਤਰ ਹੋਵੇ ਦੋਵਾਂ ਨੂੰ ਹੀ ਬਾਪ ਤੇ ਮਾਂ ਬਜ਼ੁਰਗ ਘਰ ਦੇ ਵਿੱਚ ਪੁੱਤ ਕਹਿ ਕੇ ਸੰਬੋਧਨ ਕਰਦੇ ਨੇ। ਤੋ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਤੇ ਵਪਾਰ ਚਲਾਉਣਾ ਉਹ ਫਿਰ ਇਹਦੇ ਅਰਥਾਂ ਦਾ ਅਨਰਥ ਕਰ ਕਰਕੇ ਆਪਣਾ ਕੰਮ ਚਲਾਉਂਦੇ ਰਹਿੰਦੇ ਨੇ, ਜਿਨ੍ਹਾਂ ਦੇ ਸੇਬ ਮਹਿੰਗੇ ਵਿਕਣੇ ਹੋਣ। ਤੋ ਇਸ ਤਰ੍ਹਾਂ ਦਾ ਜਿਹੜਾ ਪ੍ਰਪੰਚ ਹੈ ਰੱਬ ਤੇ ਧਰਮ ਤੇ ਗੁਰੂ ਦੇ ਨਾਂ ਤੇ ਜਿਹੜਾ ਚਲਾਉਣਾ, ਇਹ ਗੁਨਾਹ ਹੈ, ਇਹ ਪਾਪ ਹੈ। ਕਿਉਂਕਿ ਗੁਰੂ ਦੀ ਐਸੀ ਸੋਚ ਨਹੀਂ। ਔਰ ਵੈਸੇ ਮੈਂ ਬੇਨਤੀ ਕਰਾਂ, ਤੁਹਾਨੂੰ ਗੁਰੂ ਨਾਨਕ ਮਹਾਰਾਜ ਜੀ ਤੋਂ ਉਮਰ ਵਿੱਚ 5 ਸਾਲ ਵੱਡੇ ਹਨ ਬੇਬੇ ਨਾਨਕੀ ਜੀ। ਔਰ ਸਭ ਤੋਂ ਪਹਿਲਾਂ ਸਿੱਖੀ ਧਾਰਨ ਕੀਤੀ ਗੁਰੂ ਨਾਨਕ ਸਾਹਿਬ ਕੋਲੋਂ ਬੇਬੇ ਨਾਨਕੀ ਨੇ। ਔਰ ਤੁਹਾਡੇ ਗਿਆਤ ਲਈ ਦੱਸ ਰਿਹਾ ਹਾਂ, ਬੇਬੇ ਨਾਨਕੀ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ। ਨਾ ਧੀ ਜਨਮੀ ਨਾ ਪੁੱਤਰ ਜਨਮੇ। ਪਰ ਉਹ ਦੁਨੀਆ ਦੀ ਪਹਿਲੀ ਸਿੱਖ ਤੇ ਮਹਾਨ ਸਿਦਕਵਾਨ ਔਰਤ, ਜਿਸ ਨੇ ਗੁਰੂ ਨਾਨਕ ਨੂੰ ਸਹੀ ਦ੍ਰਿਸ਼ਟੀ ਨਾਲ ਵੇਖਿਆ ਤੇ ਪਛਾਣਿਆ ਤੇ ਸਿੱਖੀ ਨੂੰ ਜੀਵਿਆ। ਬਾਬਾ ਸ਼੍ਰੀ ਚੰਦ ਜੀ ਨੂੰ ਨਾ ਆਪਣੇ ਕੋਲ ਰੱਖ ਕੇ ਪਾਲਿਆ ਸੀ। ਕਿਉਂਕਿ ਗੁਰੂ ਸਾਹਿਬ ਪ੍ਰਚਾਰ ਫੇਰੀਆਂ ਤੇ ਸਨ। ਇੱਕ ਪੁੱਤਰ ਉਹਨਾਂ ਨੇ ਲੈ ਆਂਦਾ ਵੀ ਚਲੋ ਮੈਂ ਇਹਨਾਂ ਨੂੰ ਪਾਲਾਂਗੀ, ਮਦਦ ਹੋ ਜਾਏਗੀ। ਔਰ ਜਿਹੜੀ ਰਬਾਬ ਖਰੀਦੀ ਗਈ, ਉਹ ਪਹਿਲੀ ਰਬਾਬ ਦੇ ਮਾਇਆ ਜਿਹੜੀ ਸੀ ਉਹ ਬੇਬੇ ਨਾਨਕੀ ਨੇ ਕੋਲੋਂ ਦਿੱਤੀ। ਮੇਰਾ ਸੇਵਾ 'ਚ ਹਿੱਸਾ ਪੈ ਜਾ। ਅਸੀਂ ਉਹਨਾਂ ਦੀਆਂ ਸਾਖੀਆਂ ਜਦੋਂ ਪੜ੍ਹਦੇ ਹਾਂ, ਬਾ ਕਮਾਲ, ਬੜਾ ਉੱਚਾ ਜੀਵਨ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਹੜੀ ਸਿੱਖੀ ਦੀ ਗੱਲ ਕਰਦੇ ਨੇ, ਉਹਦੀ ਸਾਕਾਰ ਮੂਰਤ ਹੈ ਬੇਬੇ ਨਾਨਕੀ। ਸਿੱਖੀ ਜੀਵਨ ਕੀ ਹੁੰਦਾ ਹੈ? ਜੇ ਇਸ ਚੀਜ਼ ਨੂੰ ਵੇਖਣਾ ਹੋਵੇ ਤੇ ਐਸੇ ਮਹਾਨ ਪੁਰਖਾਂ ਦੇ ਜੀਵਨ ਵੱਲ ਪਰਤੀਏ ਤਾਂ ਸਮਝ ਪੈ ਜਾਂਦੀ ਹੈ ਕਿ ਇਹ ਹੈ ਸਿੱਖੀ ਦਾ ਸਿਦਕ, ਇਹ ਹੈ ਰੱਬ ਦੀ ਰਜ਼ਾ, ਇਹ ਹੈ ਕਰਤੇ ਦਾ ਭਾਣਾ, ਇਹ ਹੈ ਕਰਤੇ ਦਾ ਹੁਕਮ, ਜਿਸ ਨੂੰ ਸਿੱਖ ਆਪਣੇ ਜੀਵਨ ਵਿੱਚ ਜਿਉਂਦਾ ਹੈ, ਹੰਡਾਉਂਦਾ ਹੈ, ਮਾਣਦਾ ਹੈ। ਤੋ ਗਰੀਬ ਨਵਾਜ ਪਾਤਸ਼ਾਹ ਜੀ ਕੀ ਕਹਿੰਦੇ ਨੇ ਵੀ ਰੱਬ ਦੇ ਪੁੱਤਰ ਕੌਣ ਨੇ?
ਜਿਹੜੇ ਉਹਦੇ ਪਿਆਰੇ ਨੇ, ਜਿਹੜੇ ਉਸ ਨੂੰ ਯਾਦ ਕਰਦੇ ਨੇ, ਜਿਹੜੇ ਉਹਦੇ ਗੁਣਾਂ ਤੇ ਹੁਕਮ ਨੂੰ ਮੰਨਦੇ ਨੇ, ਜਿਹੜੇ ਉਹਦੇ ਅਨੁਸਾਰੀ ਹੋ ਕੇ ਤੁਰਦੇ ਨੇ। ਨਹੀਂ ਤਾਂ ਤੁਸੀਂ ਸੰਸਾਰ ਵਿੱਚ ਵੇਖਣਾ, ਬੱਚਾ ਬਾਪ ਦੇ ਹੁਕਮ ਦੀ ਉਲੰਘਣਾ ਕਰਦਾ ਹੈ, ਉਹ ਆਪਣੇ ਖਾਨਦਾਨ ਤੇ ਪਰਿਵਾਰ ਦੀ ਇੱਜ਼ਤ ਮਿੱਟੀ 'ਚ ਮਿਲਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ। ਦੁਖੀ ਹੋ ਕੇ ਬਾਪ ਬੇਦਖਲੀ ਦਾ ਨੋਟਿਸ ਦਿੰਦਿਆਂ ਕਹਿੰਦੇ ਅੱਜ ਤੋਂ ਮੇਰਾ ਇਹਦੇ ਨਾਲ ਕੋਈ ਸੰਬੰਧ ਨਹੀਂ, ਇਹਦੇ ਨਾਲ ਲੈਣ ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੈ, ਮੇਰੇ ਕੋਲ ਨਾ ਉਲਾਮਾ ਲੈ ਕੇ, ਮੇਰਾ ਇਹਦੇ ਨਾਲੋਂ ਰਿਸ਼ਤਾ ਟੁੱਟ ਚੁੱਕਿਆ। ਜਦੋਂ ਰਿਸ਼ਤਾ ਹੀ ਤੋੜ ਦਿੱਤਾ ਹੈ ਤਾਂ ਤੁਸੀਂ ਉਹਨੂੰ ਪੁੱਤਰਾਂ ਵਾਲਾ ਕਹੋਗੇ? ਜਿਹਨੇ ਧੀ ਨਾਲੋਂ ਸੰਬੰਧ ਹੀ ਤੋੜ ਲਿਆ, ਪੁੱਤਰ ਨਾਲੋਂ ਸੰਬੰਧ ਹੀ, ਹੁਣ ਸਾਡੇ 'ਚ ਕੋਈ ਰਿਸ਼ਤਾ ਹੀ ਨਹੀਂ, ਚੇਤਾ ਹੀ ਭੁਲਾ ਦਿਓ ਗੱਲ। ਹੁਣ ਉਹ ਰਿਸ਼ਤਾ ਨਹੀਂ ਰਹਿ, ਖਤਮ ਹੋ ਗਈ ਗੱਲ। ਕਿਉਂਕਿ ਜਿਹੜੀ ਚੀਜ਼ ਕਰਕੇ ਰਿਸ਼ਤਾ ਸੀ ਨਾ, ਜਿਹੜੀ ਚੀਜ਼, ਔਰ ਐਸੇ ਵੀ ਦੁਨੀਆ ਦੇ ਵਿੱਚ ਪ੍ਰਮਾਣ ਵੇਖੇ ਗਏ ਨੇ ਵੀ ਕਿਸੇ ਨੇ ਦੂਸਰੇ ਦਾ ਧੀ ਪੁੱਤਰ ਲੈ ਕੇ ਪਾਲਿਆ, ਕੋਈ ਕਹਿ ਨਹੀਂ ਸਕਦਾ ਵੀ ਇਹਨਾਂ ਦੀ ਆਪਣੀ ਕੁੱਖ ਤੋਂ ਨਹੀਂ ਜਨਮਿਆ। ਇੰਨਾ ਪਿਆਰ, ਇੰਨਾ ਅਦਬ, ਇੰਨਾ ਸਤਿਕਾਰ, ਇੰਨੇ ਇੱਜ਼ਤ ਨੂੰ ਚਾਰ ਚੰਨ ਲਾਏ। ਕਿਉਂਕਿ ਇੱਥੇ ਸਾਰੇ ਦੁਨੀਆ ਦੇ ਅਸੀਂ ਖੂਨ ਦੇ ਰਿਸ਼ਤਿਆਂ ਦੀ ਗੱਲ ਤੇ ਕਰਦੇ ਹਾਂ, ਪਰ ਸਭ ਤੋਂ ਵੱਡਾ ਰਿਸ਼ਤਾ ਦੁਨੀਆ 'ਚ ਕਰਮ ਦਾ ਹੈ, ਕਰਮ ਦਾ ਰਿਸ਼ਤਾ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਬਲ ਬਲ ਜੇ ਵਿਸ਼ਨ ਤਨਾ ਜਸ ਗਾਵੇ, ਸਦਕੇ ਹਾਂ ਉਹਨਾਂ ਰੱਬੀ ਪਿਆਰਿਆਂ ਤੋਂ, ਰੱਬ ਦੇ ਅਸਲ ਪੁੱਤਰ ਨੇ ਜਿਹੜੇ ਉਹਦੇ ਗੁਣ ਗਾਉਂਦੇ ਤੇ ਉਹਦੇ ਹੁਕਮ ਦੇ ਅਨੁਸਾਰੀ ਹੋ ਕੇ ਚੱਲਦੇ ਨੇ। ਵਿਸ਼ਨ ਮਿਲੇ ਸਭ ਹੀ ਸੱਚ ਪਾਵੇ, ਉਹਨਾਂ ਨੂੰ ਆਪਣੇ ਹਿਰਦੇ ਘਰ ਵਿੱਚੋਂ ਹੀ ਉਹ ਪ੍ਰਭੂ ਜੀ ਸਰਵ ਵਿਆਪੀ ਅਕਾਲ ਪੁਰਖ ਜੀ ਮਿਲ ਜਾਂਦੇ ਹਨ ਤੇ ਉਹ ਸਭ ਹੀ ਸਾਰੀ ਕਾਇਨਾਤ ਵਿੱਚੋਂ ਹੀ ਸੱਚ ਪਾਵੇ, ਸੱਚ ਨੂੰ ਅਨੁਭਵ ਤੇ ਮਹਿਸੂਸ ਕਰਦੇ ਹਨ। ਤੀਸਰੇ ਪਦੇ ਵਿੱਚ ਬਖਸ਼ਿਸ਼ ਕਰਦੇ ਨੇ, ਵਾਹ ਵਾਹ ਵਾਹੀ ਜਾਨੀ ਹੈ, ਇਹਨੂੰ ਸੰਧੀ ਛੇਦ ਕਰਕੇ ਲਿਖਿਆ ਹੋਇਆ, ਵਾਹੀ ਅਰਥ ਕਰਨ ਵਾਲੇ ਗੁਰਮੁਖਾਂ ਨੇ ਕਿ ਵਾਹੀ ਉਸ ਨੂੰ ਹੀ ਜਾਣੀਏ, ਵਾਹ ਜਾਣੇ ਇਹ ਹੋਏ। ਜਦੋਂ ਉਸ ਨੂੰ ਜਾਣ ਲਿਆ ਤੇ ਇਹ ਅੰਤਰ ਆਤਮਾ, ਇਹ ਜੀਵ ਆਤਮਾ, ਇਹ ਜੀਵ ਮਨੁੱਖ ਉਹਦਾ ਹੀ ਰੂਪ ਹੋ ਜਾਂਦਾ ਹੈ। ਬਾਣੀ ਚੋਂ ਪੜ੍ਹਦੇ ਹੋ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲ। ਇਹਦਾ ਮਤਲਬ ਇਹ ਨਹੀਂ ਉਹ ਆਪਣੀ ਪੂਜਾ ਕਰਾਉਣ ਲੱਗ ਜਾਣ, ਗੱਲ ਸੁਰਤੀ ਦੇ ਪੱਧਰ ਤੇ ਹੋ ਰਹੀ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਇੱਥੇ ਪੂਜਾ ਵਾਸਤੇ ਨਹੀਂ ਹੈ ਵੀ ਮੈਂ ਰੱਬ ਹੋ ਗਿਆ ਮੇਰੀ ਹੁਣ ਪੂਜਾ ਕਰੋ। ਇਹਦਾ ਕੋਈ ਥਰਮਾਮੀਟਰ ਨਹੀਂ ਹੈ ਕਿਸੇ ਨੂੰ ਮਾਪਣ ਦਾ, ਕੋਈ ਪੈਰਾਮੀਟਰ ਨਹੀਂ ਹੈ ਕਿਸੇ ਨੂੰ ਟੈਸਟ ਕਰ ਲੈਣ ਦੀ, ਕੁਝ ਮਸ਼ੀਨ ਨਹੀਂ ਹੈ ਵੀ ਇਹ ਰੱਬ ਰੂਪ ਹੋਇਆ ਕਿ ਨਹੀਂ ਹੋਇਆ। ਗੱਲ ਗੁਰੂ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਸਮਝਾ ਰਹੇ ਨੇ ਵੀ ਜਿਹੜੇ ਉਹਨੂੰ ਜਪਦੇ ਹਨ, ਸਿਮਰਦੇ ਹਨ, ਉਹਦੇ ਗੁਣਾਂ ਨਾਲ ਸਾਂਝ ਬਣਾਉਂਦੇ ਹਨ, ਉਹਦੇ ਹੁਕਮ ਅਨੁਸਾਰੀ ਹੋ ਜਾਂਦੇ ਨੇ, ਉਹਦੀ ਸੱਤਾ ਨੂੰ ਮਹਿਸੂਸ ਕਰਦੇ ਤੇ ਅਨੁਭਵ ਕਰਦੇ ਨੇ, ਉਹਨਾਂ ਦਾ ਸੁਰਤ ਦਾ ਮਿਲਾਪ ਕਰਤੇ ਨਾਲ ਹੋ ਜਾਂਦਾ ਹੈ, ਅੰਦਰੋਂ ਰੱਬ ਰੂਪ ਹੋ ਜਾਂਦੇ ਹਨ। ਜਿਵੇਂ ਗੁਰੂ ਪਾਤਸ਼ਾਹ ਨੇ ਕਿਹਾ ਨਾ ਵੀ ਜਿਹੜਾ ਮੇਰਾ ਹੁਕਮ ਮੰਨੇ ਉਹ ਮੇਰਾ ਹੀ ਰੂਪ ਹੈ। ਇਹਦਾ ਮਤਲਬ ਇਹ ਥੋੜੀ ਸਿੱਖ ਗੁਰੂ ਬਣ ਕੇ ਬਹਿ ਜਾਏ ਤੇ ਚੌਰ ਚਲਾਉਣ ਲੱਗ ਪਵੇ, ਤੁਸੀਂ ਪ੍ਰਵਾਨ ਕਰੋਗੇ? ਨਹੀਂ ਨਾ ਕਰਦੇ। ਇਸੇ ਤਰ੍ਹਾਂ ਕਮਾਈ ਜਿੰਨੀ ਮਰਜ਼ੀ ਹੋਵੇ, ਜਿੰਨਾ ਮਰਜ਼ੀ ਗੁਰੂ ਨਾਲ ਪਿਆਰ ਕਰਦਾ ਹੋਵੇ, ਪਰ ਉਹ ਸਿੱਖ ਹਮੇਸ਼ਾ ਗੁਰੂ ਦਾ ਅਦਬ ਰੱਖਦਿਆਂ ਹੋਇਆਂ ਕਦੇ ਗੁਰੂ ਬਣਨ ਦੀ ਕੋਸ਼ਿਸ਼ ਨਹੀਂ ਕਰੇਗਾ, ਕਿਉਂਕਿ ਉਹਨੂੰ ਪਤਾ ਹੈ ਇਹ ਤਾਂ ਗੁਰੂ ਨੇ ਮੈਨੂੰ ਮਾਣ ਦਿੰਦਿਆਂ ਇਹ ਗੱਲ ਕਹੀ ਹੈ, ਇਹ ਮਾਣ ਹੈ, ਸਤਿਕਾਰ ਹੈ ਮੇਰਾ। ਗੁਰੂ ਨੇ ਮੈਨੂੰ ਏਡਾ ਉੱਚਾ ਰੁਤਬਾ ਦੇ ਦਿੱਤਾ ਵੀ ਜੇ ਤੂੰ ਇੱਥੋਂ ਤੱਕ ਪਹੁੰਚ ਜਾਏ ਨਾ, ਜਾਂ ਤੂੰ ਮੇਰਾ ਰੂਪ ਹੈ। ਗੁਰੂ ਨੇ ਬੜੀ ਖੁੱਲ੍ਹਦਿਲੀ ਨਾਲ ਆਪਣੀਆਂ ਸਾਰੀਆਂ ਦਾਤਾਂ ਲੁਟਾਈਆਂ, ਪਰ ਜਿਹੜਾ ਇੰਨੀ ਕਮਾਈ ਕਰ ਵੀ ਲਏਗਾ ਨਾ, ਉਹ ਵੀ ਅਦਬ ਰੱਖੇਗਾ ਵੀ ਨਹੀਂ, ਗੁਰੂ ਤੇ ਗੁਰੂ ਹੀ ਹੈ। ਇੱਕ ਅੰਡਰਸਟੈਂਡਿੰਗ ਹੈ ਨਾ, ਸਮਝਦਾਰੀ ਹੈ। ਇਹੀ ਗੱਲ ਹੈ ਰੱਬ ਦੇ ਪ੍ਰਤੀ। ਰੱਬ ਦੇ ਗੁਣਾਂ ਨੂੰ ਜੀਣ ਵਾਲਾ, ਹੰਡਾਉਣ ਵਾਲਾ ਰੱਬ ਵਿੱਚ ਅੰਦਰੋਂ ਅਭੇਦ ਹੋ ਜਾਂਦਾ ਹੈ। ਫਿਰ ਵੀ ਉਹ ਇਹ ਦਾਵਾ ਨਹੀਂ ਕਰਦਾ ਵੀ ਮੈਂ ਰੱਬ ਹੋ ਗਿਆ ਹਾਂ, ਫਿਰ ਵੀ ਉਹ ਇਹ ਗੱਲ ਕਹਿੰਦਾ, ਹੇ ਅਕਾਲ ਪੁਰਖ ਵਾਹਿਗੁਰੂ ਤੇਰੇ ਦਰ ਤੋਂ ਲੱਭਾ ਸਾਰਾ ਕੁਝ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਤੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ, ਇਹ ਮੈਂ ਇਸ ਕਰਕੇ ਬੇਨਤੀ ਕੀਤੀ ਵੀ ਇੱਥੇ ਤੁਸੀਂ ਸੰਸਾਰ 'ਚ ਵੇਖੋ, ਬਹੁਤ ਲੋਕ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਇਹਦਾ ਜੀ ਰੱਬ ਰੂਪ ਹੋ ਗਿਆ, ਹੁਣ ਇਹਨਾਂ ਦੀ ਪੂਜਾ ਕਰੋ, ਇਹਨਾਂ ਦੀਆਂ ਜੁੱਤੀਆਂ ਨੂੰ ਮੱਥੇ ਟੇਕੋ, ਇਹਨਾਂ ਦੇ ਚੋਲਿਆਂ ਅੱਗੇ ਸਿਰ ਨਵਾਓ। ਇਹ ਪਖੰਡ ਨਹੀਂ? ਫਿਰ ਇਸ ਤਰ੍ਹਾਂ ਦਾ ਸਿੱਖ ਵੀ ਗੁਰੂ ਬਣ ਸਕਦੇ ਨੇ, ਕੋਈ ਵੀ ਦਾਵਾ ਕਰ ਸਕਦਾ ਹੈ, ਕਿਸੇ ਦੀ ਵੀ ਪੂਜਾ ਹੋ ਸਕਦੀ ਹੈ। ਫਿਰ ਸਿੱਖੀ ਦਾ ਇਹ ਵਿਧਾਨ ਵੀ ਪੂਜਾ ਅਕਾਲ ਕੀ, ਇਹਦਾ ਕੀ ਕਰੋਗੇ? ਅਸੀਂ ਇਹ ਜਾਲ ਨਾ ਬੁਣੀਏ, ਕਿਉਂਕਿ ਇਸ ਜਾਲ ਵਿੱਚ ਫਸਣ ਵਾਲੇ ਵੀ ਆਪਾਂ ਹੀ ਹੋਵਾਂਗੇ।
तो गुरु पातशाह जी कहते ने वावा वावा वाही जानी है वाह जाने ए होए, और कहते ने ए और ओ जब मिले। जदों ये जीव आत्मा अंतर आत्मा ये सुरती ये हिरदा मन उस प्रभु नाल एक सुर हो जाता है, तब मिलत ना जाने कोई। तो इन्हां मिलिया होया नूं फिर कोई जुदा नहीं कर सकता। इस मिलाप तो बाद फिर विछोड़े की अवस्था नहीं होंदी। इस मिलाप तो बाद फिर विछोड़ा कदे नहीं कि तुसी विछोड़ा कर लो, हो नहीं सकता। सतगुरु सच्चे पातशाह महाराज ने यह जिक्र करदियां बाणी दे विच आख्या, सूरज किरण मिले जल का जल हुआ। जदों सूरज की किरण पैंदी है, टैंपरेचर वधदा है, तां इत्थे तुसीं वेखदे हो कि बर्फ खुर के पानी बन जाती है ते जाके फिर नदियां नालियां झीलों के पानी नाल समुंदर के पानी नाल मिल जाती है। वो वख नहीं किया जा सकता भी किहड़ा पानी स्नो दा है, बर्फ दा है, किहड़ा पानी झील च पहलां सी। जदों पिघल गया उसका रूप बदल गया, वो पानी हो के पानी च रल गया। जिन्ना चिर वो जम्मिया होया सी उसका रूप वखरा सी, है वो पानी सी, पर टैंपरेचर घटदा गया, ठंड वधदी गई तो वह जम गया। वो वख-वख लग्या भी आ पानी है, आ बर्फ है, पर जदों वही बर्फ खुरदी है तो पिघल के पानी बन जाती है, उसका रूप बदल जाता है। तो बाहरी रूप में फर्क है, धात इको ही है, मटीरियल इको ही है। इस वास्ते गुरु महाराज कहते ने सूरज किरण मिले जल का जल हुआ राम, ज्योति जोत रली संपूर्ण थिया राम। कहते ने जिवें सूरज ते किरण नूं तुसीं अलग-अलग नहीं कर सकते, किरण सूरज दे प्रकाश का ही अंश है। जिवें पानी पानी च रल जाए तो उन्होंने अलग-अलग नहीं कढ़िया जा सकता, वो एक दूसरे च रल जाते हैं, एक सुर हो जाते हैं। इस तरह ब्रह्म दीसै ब्रह्म सुनिए एक एक वखाणिए, आत्म पसारा करणहारा प्रभ बिना नहीं जानिए। आप करता आप भुगता आप कारण किया, बिनवंत नानक सेई जाने जिनी हर रस पिया। तो गरीब नवाज कहते वो अंदरों अकाल पुरख दे नाल अभेद हो जाते हैं। जिन्हां ना विसरै नाम से कनेहिया, भेद ना जानो मूल साईं जिहिया। भेद ना समझो, उन्हां दा अंतरात्मा इवें रब नाल मिल जाता, एक सुर हो जाता है, पर वो सदा निमरता ते निर्माणता की पदवी उत्ते टिके रहिंदे ने और सदा अपने आप नूं रब दे दास कहा के इस संसार दा भला अपने परोपकारां राहीं करदे ने। सतगुरु पातशाह किरपा बख्शिश रहमत करन। सतगुरु जी होइयां भुलां चुकां दी खिमा बख्शिश करन। सबना दा धन्नवाद। अदब सहित गुरु फतेह प्रवान करो। वाहिगुरु जी का खालसा वाहिगुरू